ਵੈਲਕਮ ਬੈਕ ਜੀ ਪੰਜਾਬੀਆਂ ਦੀ ਆਵਾਜ਼ ਪੰਜਾਬ ਰੇਡੀਓ। ਸੁਰਜੀਤ ਸਿੰਘ ਹਾਜ਼ਰ ਹੈ ਅਤੇ ਹਾਜ਼ਰ ਹਨ ਮੇਰੇ ਨਾਲ ਇਸ ਵੇਲੇ ਸਾਡੇ ਗੁਰਮੇਲ ਸਿੰਘ ਮੱਲੀ ਜੀ, ਜਿਹੜੇ ਕਿ ਇਸ ਵੇਲੇ ਮੌਜੂਦਾ ਪ੍ਰਧਾਨ ਨੇ ਸ੍ਰੀ ਗੁਰੂ ਸਿੰਘ ਸਭਾ ਦੇ, ਅਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹੈਗੇ। ਅਤੇ ਗੱਲ ਕਰਦੇ ਹਾਂ ਜੀ 2 ਅਕਤੂਬਰ ਨੂੰ ਹੋਣ ਵਾਲੀਆਂ ਸਿੰਘ ਸਭਾ ਦੀਆਂ ਚੋਣਾਂ ਵਿੱਚ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਦਾਂ ਜੀ, ਠੀਕ ਠਾਕ? ਬਿਲਕੁਲ ਠੀਕ ਹੈ ਜੀ, ਤੁਸੀਂ ਸੁਣਾਓ? ਠੰਡ ਲੱਗਦੀ ਆ? ਥੋੜ੍ਹੀ ਹੈਗੀ। ਕੱਲ੍ਹ ਗਰਮੀ ਲੱਗਦੀ ਜਾਂ ਠੰਡ ਲੱਗਦੀ ਆ? ਤੁਸੀਂ ਏ ਸੀ ਬੜਾ ਛੱਡਿਆ ਹੋਇਆ ਇੱਥੇ ਅੱਜ। ਉਹ ਪ੍ਰੋਬਲਮ ਹੈ ਕਿਉਂਕਿ ਇਕਵਿਪਮੈਂਟ ਆ ਨਾ, ਅਤੇ ਉਹ ਫਿਰ ਸੜਨ ਦਾ ਡਰ ਹੁੰਦਾ, ਸੋ ਏ ਸੀ ਲਾਉਣੀ ਪੈਂਦੀ ਹੈਗੀ ਆ। ਹੋਰ ਸੁਣਾਓ ਜੀ, ਸਿਹਤ ਠੀਕ ਠਾਕ ਆ? ਬਿਲਕੁਲ ਜੀ। ਕੱਲ੍ਹ ਗਰਮੀ ਕਿੱਦਾਂ ਰਹੀ? ਹਾਂਜੀ, ਕੱਲ੍ਹ ਗਰਮੀ ਠੀਕ ਹੀ ਸੀ, ਗੱਡੀ 'ਚ ਸੀ ਸਾਰਾ ਦਿਨ। ਅੱਛਾ, ਕੱਲ੍ਹ ਗੱਡੀ 'ਚ ਸੀਗੇ ਸਾਰਾ ਦਿਨ। ਹਾਂ, ਕੱਲ੍ਹ ਮੈਂਬਰਸ਼ਿਪ ਨਹੀਂ ਉਹ ਕੈਂਸਲ ਕਰ ਦਿੱਤੀ ਸੀ। ਹਾਂਜੀ ਦੇ ਕਰਕੇ। ਹਾਂਜੀ, ਓਕੇ ਭਾਜੀ, ਪਹਿਲਾਂ ਤਾਂ ਦੱਸੋ ਕਿ ਸ੍ਰੀ ਗੁਰੂ ਸਿੰਘ ਸਭਾ ਦੀਆਂ ਚੋਣਾਂ ਜਿਹੜੀਆਂ ਕਿੰਨੀ ਤਰੀਕ ਨੂੰ ਹੋ ਰਹੀਆਂ ਹੈਗੀਆਂ? ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਪੰਜਾਬ ਰੇਡੀਓ ਦੇ ਲਿਸਨਰ ਆ ਅਤੇ ਕਮਲ ਸਾਹਿਬ, ਤੁਹਾਨੂੰ ਤੁਸੀਂ ਬੜਾ ਕਮਿਊਨਿਟੀ ਵਾਸਤੇ ਸਾਰਿਆਂ ਨੂੰ ਟਾਈਮ ਦਿੰਦੇ ਹੋ। ਥੈਂਕ ਯੂ ਭਰਾ। ਅਤੇ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਇਸ ਟਾਈਮ ਲਿਸਨਰ ਸੁਣ ਰਹੇ ਆ ਜੀ। ਆਪ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਦੀਆਂ ਇਲੈਕਸ਼ਨਾਂ ਜਿਹੜੀਆਂ 2 ਅਕਤੂਬਰ ਨੂੰ ਹੋ ਰਹੀਆਂ, ਅਤੇ ਉਹਨਾਂ ਦੀ ਮੈਂਬਰਸ਼ਿਪ 11 ਜੁਲਾਈ ਤੋਂ ਸ਼ੁਰੂ ਹੋ ਗਈ ਸੀ, ਜਿਹੜੀ ਕਿ 14 ਅਗਸਤ ਤੱਕ ਹੋਣੀ ਹੈ। 14 ਅਗਸਤ ਤੱਕ ਹੋਣੀ ਹੈ ਜੀ। ਹਾਂਜੀ, ਅਤੇ ਮੈਂਬਰਸ਼ਿਪ ਕਿੱਦਾਂ ਬਣ ਰਹੀ ਹੈਗੀ ਆ? ਹਾਂ, ਮੈਂਬਰਸ਼ਿਪ ਕਾਫੀ ਸਲੋ ਹੈਗੀ ਆ। ਕਾਫੀ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ, ਕਿਉਂਕਿ ਜਿਹੜੀ ਮੈਂਬਰਸ਼ਿਪ ਇਸ਼ੂ ਕਰਕੇ ਸਿਰਫ ਇਨਡੈਫੀਨਿਟ ਵਾਲਿਆਂ ਨੂੰ ਹੀ ਮੈਂਬਰਸ਼ਿਪ ਦਿੱਤੀ ਜਾ ਰਹੀ ਆ। ਉੱਥੇ ਡਿਸਕ੍ਰਿਮੀਨੇਸ਼ਨ ਕਾਫੀ ਹੋ ਰਿਹਾ, ਅਤੇ ਕਾਫੀ ਲੋਕ ਜਿਹੜੇ ਹੈਗੇ ਆ ਖਫਾ ਹੈਗੇ ਆ। ਮੈਨੂੰ ਵੀ ਕਈ ਗਾਲਾਂ ਲੋਕ ਟੈਲੀਫੋਨ 'ਤੇ ਕੱਢਦੇ ਆ ਬਈ ਤੁਹਾਡੀ ਦੀਆਂ ਕੱਢਦੇ ਆ। ਉਹ ਇੱਥੇ ਟੈਲੀਫੋਨ 'ਤੇ ਨਹੀਂ ਜਿਹੜੀਆਂ ਸਾਫ਼ ਜਿਹੀਆਂ ਕੱਢਦੇ ਆ ਕਿ ਦੂਸਰੀਆਂ? ਨਹੀਂ, ਸਾਫ਼ ਨਹੀਂ ਕੱਢਦੇ, ਦੂਜੀਆਂ ਕੱਢਦੇ ਆ। ਹਾਂਜੀ, ਬਈ ਤੁਸੀਂ ਪ੍ਰਧਾਨ ਹੋ ਅਤੇ ਤੁਸੀਂ ਇਹ ਕੀ ਕੰਮ ਕੀਤਾ? ਅਸੀਂ ਕਿਹਾ ਜੀ ਵੀ ਜਿਹੜੀ ਮੈਂਬਰਸ਼ਿਪ ਕਮੇਟੀ ਬਣੀ ਹੈ, ਉਹਦੇ ਟਰੱਸਟ ਦੇ ਜਿਹੜੇ ਟਰੱਸਟੀ ਹੈਗੇ ਉਹ ਚੇਅਰਮੈਨ ਆ, ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਸਿਰਫ ਇਨਡੈਫੀਨਿਟ ਜਿਹੜੇ ਲੋਕ ਇੱਥੇ ਰਹਿੰਦੇ ਆ, ਜਿਹੜੇ ਪਿਛਲੇ 17 ਦੇ ਵਿੱਚ ਵੀ ਜਿਹੜੇ ਯੂਰਪੀਅਨ ਸੀ ਉਹਨਾਂ ਨੂੰ ਵੀ ਰਿਫਿਊਜ਼ ਕੀਤਾ ਗਿਆ ਸੀ। ਫਿਰ ਉਹਨਾਂ ਨੂੰ ਕੋਰਟ ਦਾ ਰਸਤਾ ਅਪਣਾਉਣਾ ਪਿਆ ਸੀ, ਅਤੇ ਉਹਨਾਂ ਦੇ ਵੀ ਕਾਫੀ ਖਰਚਾ ਆਇਆ। ਅਤੇ ਗੁਰਦੁਆਰੇ ਆਪਣੀ ਸੰਗਤ ਦਾ ਵੀ ਜਿਹੜਾ ਪੈਸਾ 15,000 ਪਾਉਂਡ ਪਿਛਲੀ ਵਾਰੀ ਇਹਨਾਂ ਨੇ ਪੇ ਕਰਨਾ ਪਿਆ, ਲੀਗਲ ਕਾਸਟ ਆ। ਅਤੇ ਇਸ ਵਾਰ ਤਾਂ ਉਦੋਂ ਵੀ ਉੱਪਰ ਚਲੇ ਗਏ। ਜਿਹੜੇ ਲੋਕਾਂ ਕੋਲ ਹਸਬੈਂਡ ਵਾਈਫ ਦੂਸਰੇ ਨੈਸ਼ਨਲਿਟੀ ਦੇ ਬਾਹਰੋਂ ਆਏ ਆ, ਉਹਨਾਂ ਨੂੰ ਵੀ ਨਹੀਂ ਬਣ ਦਿੱਤਾ ਜਾ ਰਿਹਾ। ਅਤੇ ਜਿਨ੍ਹਾਂ ਕੋਲ ਯੂਰਪੀਅਨ ਕੋਲ ਆਪਣੇ ਪਰਮਾਨੈਂਟ ਕਾਰਡ ਮਿਲੇ ਹੋਏ ਆ, ਉਹਨਾਂ ਨੂੰ ਕਹਿੰਦੇ ਜੀ ਚਿੱਠੀ ਲੈ ਕੇ ਆਓ ਜ਼ਰੂਰ, ਫਿਰ ਤੁਹਾਨੂੰ ਅਸੀਂ ਮੈਂਬਰ ਬਣਾਵਾਂਗੇ। ਸੋ ਨੀਅਰਲੀ ਮੋਰ ਦੈਨ 50-60% ਲੋਕ ਮੁੜ ਰਹੇ ਆ ਜਿਨ੍ਹਾਂ ਦੀ ਵੋਟਾਂ ਨਹੀਂ ਬਣਾ ਰਹੇ। ਓਕੇ, ਮੈਂ ਇੱਕ ਸਵਾਲ ਪੁੱਛਾਂ ਇੱਥੇ ਕਿ ਤੁਸੀਂ ਕਹਿੰਦੇ ਕਿ ਉਹਨਾਂ ਜਿਹੜਾ ਕੋਲ ਇੰਡੈਫੀਨਿਟ ਸਟੇ ਨਹੀਂ ਹੈਗੀ ਉਹ ਮੈਂਬਰ ਨਹੀਂ ਬਣ ਸਕਦੇ। ਜੇ ਉਹ ਮੈਂਬਰ ਨਹੀਂ ਬਣ ਸਕਦੇ ਅਤੇ ਉਹ ਵੋਟ ਨਹੀਂ ਪਾ ਸਕਦੇ। ਹਾਂਜੀ, ਹੁਣ ਜੇ ਆਪਾਂ ਸਿੰਘ ਸਭਾ ਲੰਡਨ ਈਸਟ ਦੀ ਗੱਲ ਕਰੀਏ, ਉੱਥੇ ਤਕਰੀਬਨ 2300 ਜਿਹੜੇ ਮੈਂਬਰ ਸੀਗੇ ਜਿੰਨੀ ਵੋਟ ਪਾਈ ਸੀਗੀ। ਹਾਂਜੀ, ਠੀਕ ਹੈ। ਇਹ ਕਿਉਂ ਜ਼ਰੂਰੀ ਹੈਗਾ ਕਿ ਜ਼ਿਆਦਾ ਮੈਂਬਰ ਹੋਣੇ ਚਾਹੀਦੇ ਹੈਗੇ ਆ ਤਾਂ ਹੀ ਜਿਹੜੀ ਇਲੈਕਸ਼ਨ ਹੋਣੀ ਚਾਹੀਦੀ ਹੈ? ਜਿੰਨੇ ਮੈਂਬਰ ਹੈਗੇ ਆ ਉਹਦੇ ਨਾਲ ਇਲੈਕਸ਼ਨ ਕਿਉਂ ਨਹੀਂ ਹੋ ਸਕਦੀ? ਅਤੇ ਇਹ ਤਾਂ ਗੱਲ ਤਾਂ ਵੋਟ ਪਾਉਣ ਦੀ ਆ ਨਾ। ਜੇ ਜੋ ਫਰਜ਼ ਕਰੋ ਜੇ ਆਪਣਾ 15,000 ਆ ਇਸ ਵੇਲੇ, ਠੀਕ ਆ, ਅਤੇ ਜਿਹੜੇ ਕਿ 2.5 ਸਾਲਾਂ ਦੇ ਵੀਜ਼ੇ 'ਤੇ ਹੈਗੇ ਆ, ਅਤੇ ਉਹਨਾਂ ਦੇ ਨਾਲ ਪਾ ਕੇ 30,000 ਹੋ ਜਾਂਦੇ ਆ। ਵੋਟਾਂ ਤਾਂ ਮੈਜੋਰਿਟੀ ਦੀਆਂ ਹੋਣੀਆਂ, ਫਰਕ ਕੀ ਹੈਗਾ? ਦੇਖੋ, ਜਦੋਂ ਵੋਟਾਂ ਲਿਮਟਿਡ ਬਣਦੀਆਂ ਹੈਗੀਆਂ, ਹਾਂਜੀ, ਕਿਉਂਕਿ ਜਿਹੜੇ ਸੰਗਤੀ ਰੂਪ ਦੇ ਵਿੱਚ ਸੇਵਾ ਕਰਦੇ ਅਤੇ ਗੁਰੂ ਘਰ ਵਿੱਚ ਸ਼ਰਧਾ ਨਾਲ ਆਉਂਦੇ ਆ, ਉਹ ਇਲੈਕਸ਼ਨਾਂ ਦੇ ਵਿੱਚ ਇੰਟਰਸਟਡ ਨਹੀਂ ਹੈਗੇ। ਹਾਂਜੀ, ਅਤੇ ਇਸ ਕਰਕੇ ਵੋਟ ਬਹੁਤ ਘੱਟ ਬਣਦੀ ਆ। ਨਹੀਂ, ਮੈਂ ਸਵਾਲ ਮੇਰਾ ਇਹ ਸੀਗਾ, ਇਹ ਨੰਬਰਸ ਗੇਮ ਕਿਉਂ ਹੈਗੀ ਆ ਕਿ ਜ਼ਿਆਦਾ ਵੋਟਾਂ ਬਣਨ ਤਾਂ ਹੀ ਇਲੈਕਸ਼ਨ ਜਿਹੜੀ ਆ ਉਹ ਫੇਅਰ ਹੋ ਸਕਦੀ ਹੈਗੀ। ਜਿੰਨੇ ਮੈਂਬਰ ਬਣ ਸਕਦੇ ਆ ਉਹਦੇ ਨਾਲ ਓਬਵੀਅਸਲੀ ਜੇ 2.5 ਸਾਲਾਂ ਵਾਲੇ ਵੀਜ਼ੇ ਫਰਜ਼ ਕਰੋ ਕਿ ਉਹ ਨਹੀਂ ਬਣਾ ਸਕਦੇ, ਸੋ ਸਾਰੀਆਂ ਪਾਰਟੀਆਂ ਨੂੰ, ਜਿਹੜੀਆਂ 3 ਪਾਰਟੀਆਂ ਹੈਗੀਆਂ, ਉਹਨਾਂ ਨੂੰ ਘੱਟ ਵੋਟਾਂ ਪੈਣੀਆਂ ਹੈਗੀਆਂ। ਬਿਲਕੁਲ ਨਹੀਂ, ਇੱਦਾਂ ਨਹੀਂ ਹੈਗਾ। ਹਾਂਜੀ, ਪਹਿਲੀ ਗੱਲ ਤਾਂ ਜਿਹੜਾ ਇਸ਼ੂ ਹੈਗਾ ਵੋਟਾਂ ਦਾ ਜੀ, ਉਹ ਇਸ਼ੂ ਗੁਰੂ ਘਰਾਂ ਦੇ ਵਿੱਚ ਗਲਤ ਲਿਆਂਦਾ ਗਿਆ, ਉਹ ਸਿਲੈਕਸ਼ਨ ਦਾ ਇਸ਼ੂ ਆ। ਠੀਕ ਹੈ, ਲੇਕਿਨ ਸਾਡਾ ਜਿੰਨੇ ਵੀ ਪ੍ਰਬੰਧ ਆਏ ਹੁਣ ਤੱਕ ਉਹਨੂੰ ਉਸ ਟੌਪਿਕ 'ਤੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ। ਅਤੇ ਜਿੰਨਾ ਵੱਧ ਮੈਂਬਰ ਹੋਏਗਾ
ਉਨੀ ਜਿਹੜੀ ਆ ਕਮੇਟੀ ਆ ਉਹ ਵਧੀਆ ਤਰੀਕੇ ਦੇ ਨਾਲ ਚੋਣ ਹੋਏਗੀ, ਕਿਉਂਕਿ ਬਹੁਤੇ ਲੋਕਾਂ ਦੀ ਰਾਏ ਲਈ ਜਾਏਗੀ। ਬਹੁਤੇ ਲੋਕਾਂ ਦੇ ਉਹਨਾਂ ਨੇ ਦੇਖਣੇ ਵੀ ਉਹਨਾਂ ਨੇ ਕੀ ਸੁਝਾਅ ਦਿੱਤੇ ਆ, ਪ੍ਰਬੰਧਕਾਂ ਨੇ ਕੀ ਕੰਮ ਕੀਤੇ ਆ। ਵੋਟ ਵਿੱਚ ਥੋੜ੍ਹਾ ਨਹੀਂ, ਵੋਟ ਦੇ ਵਿੱਚ ਤਾਂ ਨੰਬਰਸ ਦੀ ਗੇਮ ਹੁੰਦੀ ਹੈ। ਨੰਬਰ ਉਹ ਫਿਰ ਲੋਕ ਜਿੰਨੇ ਵੱਧ ਮੈਂਬਰ ਬਣਨਗੇ ਉਹ ਉਹਨਾਂ ਦੇ ਆਪਣੇ ਵੱਖਰੇ ਵੱਖਰੇ ਆਈਡੀਏ ਦੇ ਨਾਲ ਉਹ ਵੋਟ ਪਾਉਣਗੇ, ਸੋਚ ਕੇ ਵੀ ਕਿਹੜਾ ਬੰਦਾ ਰਾਈਟ ਆ ਕਿਹੜਾ ਬੰਦਾ ਗਲਤ ਆ। ਜਿੰਨੇ ਥੋੜ੍ਹੇ ਬੰਦੇ ਹੋਣਗੇ ਉਹ ਜਿੰਨੀਆਂ ਵੀ ਪਾਰਟੀਆਂ ਖੜ੍ਹਦੀਆਂ ਉਹ ਆਪਣੇ ਫੈਮਿਲੀ ਮੈਂਬਰ, ਆਪਣੇ ਦੋਸਤ ਮਿੱਤਰ, ਉਹ ਲਿਮਟਿਡ ਬੰਦੇ ਮੈਂਬਰ ਬਣਦੇ ਆ। ਲੇਕਿਨ ਆਮ ਸੰਗਤੀ ਰੂਪ ਜੇ ਅਸੀਂ ਓਪਨ ਕਰ ਦਿਆਂਗੇ, ਜਿੰਨਾ ਵਰਾਇਟੀਜ਼ ਆਫ ਮੈਂਬਰਸ ਹੋਏਗੀ, ਜਿੰਨਾ ਜ਼ਿਆਦਾ ਮੈਂਬਰ ਹੋਏਗਾ ਉਹਦੇ ਨਾਲ ਕੁਆਲਿਟੀ ਜਿਹੜੀ ਹੈਗੀ ਆ ਉਹ ਕੁਆਲਿਟੀ ਦੇ ਮੈਂਬਰ ਜਿਹੜੇ ਅੱਗੇ ਲਿਆਂਦੇ ਜਾ ਸਕਦੇ, ਜਿਹੜੇ ਸੇਵਾ ਕਰਦੇ ਹੈਗੇ ਆ। ਫਿਰ ਉਹ ਲਿਮਟਿਡ ਜੇ ਚੌਧਰੀ ਨਹੀਂ ਉਹਨਾਂ 'ਤੇ ਪਾਬੰਦੀ ਲੱਗਦੀ ਹੈ ਜਦੋਂ ਮੈਜੋਰਟੀ ਲੋਕ ਮੈਂਬਰ ਬਣਦੇ ਆ। ਓਕੇ ਮਲੀ ਸਾਹਿਬ, ਜਿਹੜਾ ਤੁਹਾਡਾ ਕੌਂਸਟੀਟਿਊਸ਼ਨ ਬਣਿਆ ਸੀਗਾ ਉਹਦੇ ਵਿੱਚ ਜੇ ਆਪਾਂ ਨੰਬਰ 1 ਦੇਖੀਏ E, ਉਹਦੇ 'ਤੇ ਲਿਖਿਆ ਕਿ ਰਿਜ਼ਾਈਡ ਪਰਮਾਨੈਂਟਲੀ ਵਿਦਿਨ ਦ ਲੰਡਨ ਬੋਰੋ ਆਫ ਈਲਿੰਗ, ਹੈਰੋ, ਹਿਲਿੰਗਡਨ ਔਰ ਹਾਂਸਲੋ। ਹਾਂਜੀ, ਠੀਕ ਹੈ ਜੀ। ਹਾਂਜੀ, ਹੁਣ ਇਹ ਹੈ ਕਿ ਜਦੋਂ ਇਹਦੀ ਜਿਹੜੀ ਤੁਸੀਂ ਕਿਸੇ ਲੀਗਲ ਐਡਵਾਈਸ ਲਈ ਹੈਗੀ ਆ ਕਿ ਇਹਦੀ ਟਰਾਂਸਲੇਸ਼ਨ ਕਿੱਦਾਂ ਕੀਤੀ ਜਾਵੇ ਰਿਜ਼ਾਈਡ ਪਰਮਾਨੈਂਟਲੀ? ਜਿਹੜਾ ਪਿਛਲੀ ਵਾਰੀ ਆਪਣਾ 2017 ਦੇ ਜਦੋਂ ਮੈਂਬਰਸ਼ਿਪ ਹੋਈ ਸੀ ਅਤੇ ਜਿੰਨੇ ਯੂਰਪੀਅਨ ਆਏ ਸੀ ਉਹਨਾਂ ਨੂੰ ਮੈਂਬਰ ਨਹੀਂ ਬਣ ਦਿੱਤਾ ਜਾ ਰਿਹਾ ਸੀਗਾ। 2 ਸਾਲ 2.5 ਸਾਲ ਜਿਨ੍ਹਾਂ ਦੇ ਵੀਜ਼ੇ ਹਸਬੈਂਡ ਵਾਈਫ ਕਰਕੇ ਆਏ ਸੀ, ਜਿੰਨੇ ਯੂਰਪ ਵਾਲੇ ਆਏ ਸੀ ਉਹ ਇੰਡੀਪੈਂਡੈਂਟ ਵੀਜ਼ੇ ਵਾਲੇ ਵੀ ਲੋਕ ਆਏ ਸੀਗੇ, ਉਹਨਾਂ ਦੀ ਵੀ ਇਹ ਸਿਚੁਏਸ਼ਨ ਸੀ। ਉਹਦੀ ਜਿਹੜੀ ਓਪੀਨੀਅਨ ਸੀ ਉਹਨਾਂ ਦੀ ਇਹੀ ਸੀ, ਰਿਜ਼ਾਈਡ ਪਰਮਾਨੈਂਟਲੀ ਜਿਹੜੇ ਲੋਕ ਇਸ 4 ਬਾਰੋ ਦੇ ਵਿੱਚ ਰਹਿ ਰਹੇ ਆ ਪੱਕੇ ਤੌਰ 'ਤੇ, ਹੋਰ ਕਿਤੇ ਨਹੀਂ ਰਹਿ ਰਹੀ, ਜਾਣੀ ਦੀ ਕੱਲ੍ਹ ਆਏ ਅੱਜ ਵੋਟ ਬਣਾਉਣ ਆ ਜਾਣ, ਇਹ ਨਹੀਂ ਹੈਗਾ। ਜਿਹੜੇ ਪਿਛਲੇ 3 ਮਹੀਨੇ ਤੋਂ 6 ਮਹੀਨੇ ਤੋਂ ਰਹਿ ਰਹੇ ਇਸ ਏਰੀਏ ਦੇ, ਮਤਲਬ ਉਹ ਹੋਰ ਕਿਤੇ ਮੂਵ ਨਹੀਂ ਹੋ ਰਹੇ 10 ਦਿਨ 15 ਦਿਨਾਂ ਨੂੰ, ਲੇਕਿਨ ਉਹ ਇਸ ਬਾਰੋਆਂ ਦੇ ਵਿੱਚ ਰਹਿ ਰਹੇ ਆ, ਉਹ ਮੈਂਬਰ ਬਣ ਸਕਦੇ ਆ। ਇਹਦੇ ਵਿੱਚ ਕੋਈ ਲੀਗੈਲਿਟੀ ਦਾ, ਇਹ 'ਚ ਕੋਈ ਨੈਸ਼ਨੈਲਿਟੀ ਦਾ ਜਾਂ ਕੋਈ ਇਮੀਗ੍ਰੇਸ਼ਨ ਦਾ ਕੋਈ ਰੂਲ ਲਾਗੂ ਨਹੀਂ ਹੁੰਦਾ ਇਹਦੇ 'ਤੇ। ਹਾਂ, ਅਗਰ ਤੁਸੀਂ ਇਹ ਪੜ੍ਹੋ ਨਾ, ਇੱਥੇ ਲਿਖਿਆ ਰਿਜ਼ਾਈਡ ਪਰਮਾਨੈਂਟਲੀ। ਹਾਂਜੀ, ਇਹਦੇ 'ਚ ਇਹ ਕੋਈ ਵੀ ਇਮੀਗ੍ਰੇਸ਼ਨ ਦੀ ਸਟੇਟਸ ਨਹੀਂ ਲਿਖੀ ਗਈ ਹੈਗੀ ਆ। ਬਿਲਕੁਲ। ਅਤੇ ਫਿਰ ਜੇ ਇਹ ਅਗਰ ਤੁਸੀਂ ਕਹਿੰਦੇ ਆ ਕਿ ਪਿਛਲੀ ਵਾਰੀ ਇਹ ਪੰਗਾ ਪਿਆ ਸੀਗਾ 2017 ਦੇ ਵਿੱਚ, ਹਾਂਜੀ ਠੀਕ ਆ, ਅਤੇ ਫਿਰ ਤੁਸੀਂ ਕੌਂਸਟੀਟਿਊਸ਼ਨ ਉਦੋਂ ਚੇਂਜ ਨਹੀਂ ਕੀਤਾ ਕਿ ਜਦੋਂ ਹੁਣ ਪੰਗਾ ਪੈ ਸਕਦਾ ਕੱਲ੍ਹ ਨੂੰ ਹੋਰ ਵੀ ਪੰਗਾ ਪੈ ਸਕਦਾ ਹੈਗਾ। ਉਦੋਂ ਤੁਸੀਂ ਖੁਦ ਪ੍ਰਧਾਨ ਸੀਗੇ, ਤੁਹਾਡੀ ਆਪਣੀ ਕਮੇਟੀ ਸੀਗੀ, ਉਦੋਂ ਇਹਨੂੰ ਚੇਂਜ ਕਿਉਂ ਨਹੀਂ ਕੀਤਾ ਕੌਂਸਟੀਟਿਊਸ਼ਨ? ਜਦੋਂ ਆਪਾਂ 10 ਤੋਂ ਚੇਂਜ ਤੋਂ ਕਰਨ ਤੋਂ ਬਾਅਦ ਜਦੋਂ ਆਪਣੀ 14 ਦੇ ਵਿੱਚ ਕਮੇਟੀ ਆਈ ਸੀ, ਤਕਰੀਬਨ 2-2.5 ਸਾਲ ਪ੍ਰੋਫੈਸ਼ਨਲ ਬਹੁਤ ਉਹਨਾਂ ਨੇ ਬਹੁਤ ਟਾਈਮ ਲਾਇਆ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਾਨੂੰ ਅਫਸੋਸ ਵੀ ਆ ਕਿ ਜਿਨ੍ਹਾਂ ਲੋਕਾਂ ਨੇ ਇਹ ਟਾਈਮ ਲਾਇਆ ਉਹ ਅੱਜ ਬਹੁਤ ਅਪਸੈਟ ਆ, ਕਿਉਂਕਿ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਤਕਰੀਬਨ 5-6 ਪ੍ਰੋਫੈਸ਼ਨਲ ਲੱਗੇ ਹੋਏ ਸੀ ਜਿਨ੍ਹਾਂ ਨੇ ਬਰੀਕੀ ਨਾਲ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਐਂਡ 'ਤੇ ਆ ਕੇ ਕੁਛ ਪ੍ਰੋਬਲਮ ਕਰਕੇ ਕੁਛ ਲੋਕ ਆਪਣੀ ਮੋਨੋਪਲੀ ਬਣਾ ਕੇ ਇਹਨੂੰ ਕੰਟਰੋਲ ਕਰਕੇ ਰੱਖਣਾ ਚਾਹੁੰਦੇ, ਇਸ ਕਰਕੇ ਉਹ ਕੌਂਸਟੀਟਿਊਸ਼ਨ ਨੂੰ ਮੁੱਦੇ 'ਤੇ ਲਿਆਉਣ ਨਹੀਂ ਦਿੱਤਾ ਗਿਆ। ਓਕੇ, ਕੌਂਸਟੀਟਿਊਸ਼ਨ ਚੇਂਜ ਕੌਣ ਕਰ ਸਕਦਾ? ਕਮੇਟੀ ਹੀ ਕਰ ਸਕਦੀ ਆ ਨਾ? ਨਹੀਂ, ਕਮੇਟੀ ਨੇ ਬਰੀਫ ਬਣਾ ਕੇ EGM ਦੇ ਵਿੱਚ ਪ੍ਰੈਜੈਂਟ ਕਰਨਾ ਹੁੰਦਾ। ਹਾਂਜੀ, ਪਰ EGM ਨੇ ਪ੍ਰੈਜੈਂਟ ਕਰਕੇ ਨਾਲ ਹੀ ਚੈਟਿੰਗ ਕਮਿਸ਼ਨ ਨੂੰ ਕਾਪੀ ਭੇਜਣੀ ਹੁੰਦੀ ਆ। ਜਦੋਂ EGM ਦੇ ਵਿੱਚ ਪਾਸ ਹੋ ਜਾਏ ਤੇ ਫਿਰ ਉਹ ਲਾਗੂ ਹੁੰਦਾ। ਨਹੀਂ, ਫਿਰ ਜੇ EGM ਜਿਹੜੀ ਆ ਉਹਦੇ 'ਚ ਕੌਣ ਵੋਟ ਪਾ ਕੇ ਉਹਦੇ ਵਿੱਚ ਸਿਰਫ ਮੈਂਬਰ ਵੋਟ ਪਾ ਸਕਦੇ, ਅਤੇ ਜਿੰਨੇ ਘੱਟ ਮੈਂਬਰ ਹੋਣਗੇ ਉਨੀ ਤੁਹਾਡੀ ਤੁਸੀਂ ਮੋਨੋਪਲੀ ਬਣਾ ਸਕਦੇ ਹੋ। ਲੇਕਿਨ ਜਿੱਥੇ ਕੁਆਲਿਟੀ ਤੁਸੀਂ ਚੀਜ਼ ਕੋਈ ਉਹਦਾ ਰਿਜ਼ਲਟ ਕੁਆਲਿਟੀ 'ਚ ਕੱਢਣਾ, ਉੱਥੇ ਕੁਆਂਟੀਟੀ ਤੁਹਾਨੂੰ ਵੱਧ ਚਾਹੀਦੀ ਆ। ਓਕੇ, ਤਾਂ ਉਹਦੇ 'ਚੋਂ ਕੁਆਲਿਟੀ ਨਿਕਲ ਸਕਦੀ ਹੈ। ਠੀਕ ਆ। ਸੋ ਤੁਸੀਂ ਕਹਿ ਰਹੇ ਹੈਗੇ ਆ ਕਿ ਤੁਸੀਂ ਜਦੋਂ ਤੁਹਾਡੀ ਕਮੇਟੀ ਸੀਗੀ, ਤੁਸੀਂ ਇਹਦੇ 'ਚ ਕੌਂਸਟੀਟਿਊਸ਼ਨ ਨਹੀਂ ਚੇਂਜ ਕਰ ਸਕਦੇ? ਨਹੀਂ, ਕਮੇਟੀ ਨੇ ਪ੍ਰਪੋਜ਼ਲ ਲੈ ਕੇ ਆਉਣਾ ਹੁੰਦਾ। ਉਹ ਪ੍ਰਪੋਜ਼ਲ ਤਿਆਰ ਕਰਵਾਏ ਸਨ 2014 'ਚ ਵੀ ਜੀ, 17 'ਚ ਵੀ ਉਹਦੇ 'ਤੇ ਗੱਲ ਸ਼ੁਰੂ ਕੀਤੀ ਸੀ ਤੇ ਮੈਂਬਰਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ। ਉਹਨੂੰ ਕਮੇਟੀ ਦੇ ਮੈਂਬਰਾਂ ਨੇ ਉਸ ਪਾਸੇ ਉਸ ਰੂਟ 'ਤੇ ਤੁਰੇ ਨਹੀਂ, ਕਹਿੰਦੇ ਜੀ ਠੀਕ ਆ ਜੀ, ਇੱਦਾਂ ਹੀ ਠੀਕ ਆ ਜੀ, ਹੁਣ ਆਪਾਂ ਫਿਰ ਦੇਖਾਂਗੇ। ਉਹਦੇ 'ਤੇ ਗੱਲ ਅੱਗੇ ਤੁਰੀ ਨਹੀਂ ਕੋਈ। ਠੀਕ ਆ। ਸੋ ਅੱਗੇ ਹੁਣ ਕਿੱਦਾਂ ਚੱਲੂਗਾ? ਕਿਉਂਕਿ ਟਾਈਮ ਵੀ ਬਹੁਤਾ ਹੈ ਨਹੀਂ ਗਾ। ਜੇ ਆਪਾਂ 11 ਅਗਸਤ ਵੱਲ ਨੂੰ ਚੱਲੀਏ ਹੈ ਨਾ। ਹਾਂਜੀ ਮੱਲੀ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਆ ਕਿ ਸਾਡਾ ਜਿਹੜਾ ਸੰਗਤੀ ਰੂਪ ਦੇ ਵਿੱਚ ਅਸੀਂ ਚਾਹੁੰਦੇ ਵੱਧ ਤੋਂ ਵੱਧ ਸਾਡੀ ਜਨਰੇਸ਼ਨ ਨੂੰ
ਜਿਹੜੇ ਲੋਕ ਯੂਰਪ ਤੋਂ ਆਏ ਹੋਏ ਆ, ਜਿਹੜੇ ਹੋਰਨਾਂ ਦੇਸ਼ਾਂ ਤੋਂ ਆਏ ਹੋਏ ਆ, ਜਿਹੜੇ ਇੱਥੇ ਸਾਡੇ ਸਿੱਖ ਭੈਣ ਭਰਾ ਵੱਸਦੇ ਆ, ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ ਜਾਵੇ। ਤੇ ਇੱਕ ਇਹ ਵੀ ਵਧੀਆ ਤਰੀਕਾ ਹੈ, ਜਦੋਂ ਸਿੰਘ ਤੇ ਕੌਰ ਵੀ ਲੱਗਾ ਸੀਗਾ, ਬਹੁਤ ਬੱਚੇ ਸਾਡੇ ਸਿੰਘ ਕੌਰ ਲਿਖਣਾ ਬੰਦ ਕਰ ਦਿੱਤਾ ਸੀ, ਪਰ ਜਦੋਂ ਤੋਂ ਹੁਣ ਉਦੋਂ ਤੋਂ ਤਕਰੀਬਨ ਹਰ ਬੱਚੇ ਦੇ ਦਿਮਾਗ ਦੇ ਵਿੱਚ ਆ ਸਿੱਖ ਲਈ ਸਿੰਘ ਤੇ ਕੌਰ ਬਹੁਤ ਜ਼ਰੂਰੀ ਆ। ਤੇ ਉਹ ਆਪਣੇ ਨਾਮਾਂ ਨਾਲ ਸਾਨੂੰ ਬਹੁਤ ਪਰਿਵਾਰਾਂ ਨੇ ਆਖਿਆ ਵੀ ਸਾਡੇ ਬੱਚੇ ਹਟ ਗਏ ਸੀਗੇ, ਅਸੀਂ ਉਹਨਾਂ ਨੇ ਹੁਣ ਦੁਬਾਰਾ ਲਿਖਵਾ ਲਏ। ਸਾਨੂੰ ਇਹ ਬੜੀ ਖੁਸ਼ੀ ਆ ਕਿ ਸਾਡੇ ਬੱਚਿਆਂ ਦੇ ਵਿੱਚ ਉਤਸ਼ਾਹ ਹੋਇਆ ਕਿ ਸਿੰਘ ਤੇ ਕੌਰ ਅਸੀਂ ਬਣੀਏ। ਤੇ ਇਸੇ ਤਰ੍ਹਾਂ ਜਿੰਨਾ ਅਸੀਂ ਗੁਰੂ ਘਰ ਦੇ ਨਾਲ ਬੱਚਿਆਂ ਨੂੰ ਜੋੜਾਂਗੇ, ਅਸੀਂ ਇਲੈਕਸ਼ਨ ਤੋਂ ਸਿਲੈਕਸ਼ਨ ਵੱਲ ਸਟੈਪ ਪੱਟਾਂਗੇ। ਜਿਵੇਂ ਹੁਣ 23 ਜੁਲਾਈ ਨੂੰ 7:30 ਵਜੇ ਹੈਵਲਕ ਰੋਡ ਦੇ ਉੱਤੇ ਇਸੇ ਤਰ੍ਹਾਂ ਇੱਕ ਬਹੁਤ ਵੱਡੀ ਕਾਨਫਰੰਸ ਬੁਲਾਈ ਹੈ ਚਾਰੇ ਬਾਰੋਂ ਦੇ ਮੈਂਬਰਾਂ ਦੀ, ਤੇ ਵੱਧ ਤੋਂ ਵੱਧ ਆ ਕੇ ਆਪਣੇ ਆਪਣੇ ਸੁਝਾਅ ਦਿਓ ਵੀ ਕਿਸ ਤਰ੍ਹਾਂ ਸਿਲੈਕਸ਼ਨ ਹੋ ਸਕਦੀ ਆ, ਕਿਸ ਤਰ੍ਹਾਂ ਉਹਦਾ ਜਿਹੜਾ ਡਿਜ਼ਾਈਨ ਹੋ ਸਕਦਾ। ਇਦੋਂ ਪਹਿਲਾਂ ਕੁਛ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਬੰਦ ਕਮਰੇ 'ਚ ਬਣਾ ਕੇ ਅਸੀਂ ਅਨਾਊਂਸ ਕਰ ਦਈਏ, ਪਰ ਇਹ ਸਿਲੈਕਸ਼ਨਾਂ ਬੰਦ ਕਮਰਿਆਂ 'ਚ ਨਹੀਂ ਹੋਇਆ ਕਰਦੀਆਂ, ਉਹ ਓਪਨ ਹੋਇਆ ਕਰ ਸੀ। ਉਹਦਾ ਇੱਕ ਢਾਂਚਾ ਬਣਾਉਣਾ ਪੈਂਦਾ। ਇੱਥੇ ਮੈਂ ਇੱਕ ਹੋਰ ਨਾਲ ਗੱਲ ਐਡ ਕਰਦੇ ਹਾਂ, ਜਿਹੜੇ ਟਰਸਟੀ ਆ ਸਾਡੇ ਕੋਲ ਦੋ ਹੀ ਇਸ ਟਾਈਮ, ਇੱਕ ਦੀ ਉਮਰ 90 ਸਾਲ ਹੈ, ਇੱਕ ਦੀ ਉਮਰ 70+ ਆ, 70-75। ਹੁਣ ਟਰਸਟੀ ਘੱਟੋ ਘੱਟ 4 ਤੋਂ 6 ਹੋਣੇ ਚਾਹੀਦੇ, ਵੱਧ ਤੋਂ ਵੱਧ ਤੁਸੀਂ 11-15 ਵੀ ਬਣਾ ਸਕਦੇ ਹੋ। ਜੇ ਟਰਸਟੀ ਸਾਡੇ ਕੋਲ ਹੋਣਗੇ, ਉਹਨਾਂ ਕੋਲ ਪਾਵਰ, ਟਰਸਟੀਆਂ ਕੋਲ ਪਾਵਰ ਕੋਈ ਨਹੀਂ ਦਿੱਤੀ ਗਈ। ਮੈਂ 2014 ਦੇ ਵਿੱਚ ਵੀ ਰੌਲਾ ਪਾਇਆ, ਮੈਂ 2017 ਦੇ ਵਿੱਚ ਵੀ ਰੌਲਾ ਪਾਇਆ ਵੀ ਆਪਾਂ ਟਰਸਟੀ ਬਣਾਈਏ, ਲੇਕਿਨ ਟਰਸਟੀ ਵੀ ਨਹੀਂ ਬਣਾਉਣ ਦਿੱਤੇ ਗਏ। ਮੀਟਿੰਗ ਦੇ ਵਿੱਚ ਇਹ ਪਾਸ ਕਰ ਲਿਆ ਵੀ ਆਉਣ ਵਾਲੀਆਂ ਇਲੈਕਸ਼ਨਾਂ 'ਚ ਟਰਸਟੀਆਂ ਦੀ ਆਪਾਂ ਇਲੈਕਸ਼ਨਾਂ ਕਰਾ ਦਿਆਂਗੇ, ਲੇਕਿਨ ਉਹ ਵੀ ਏਜੰਡੇ 'ਤੇ ਹੈ ਨਹੀਂ। ਪਰ ਮੱਲੀ ਸਾਹਿਬ, ਤੁਸੀਂ ਤਾਂ ਗੱਲ ਇੱਦਾਂ ਕਰਦੇ ਆ ਕਿ ਪ੍ਰਧਾਨ ਤੁਸੀਂ ਆ ਸਭਾ ਦੇ, ਕਮੇਟੀ ਤੁਹਾਡੀ ਆ ਤੇ ਤੁਹਾਡੀ ਚੱਲਦੀ ਨਹੀਂ, ਜਿੱਦਾਂ ਤੁਸੀਂ ਗੱਲ ਕਰ ਰਹੇ ਆ। ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਵੀਰ ਜੀ। ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜੀ 17 'ਚ ਕਮੇਟੀ ਬਣੀ ਹੈਗੀ ਆ, ਉਹਦੇ ਵਿੱਚ 6 ਓਪੋਜੀਸ਼ਨ ਦੇ ਮੈਂਬਰ ਸੀ ਤੇ 11 ਆਪਣੇ ਸੀ। ਠੀਕ ਆ। ਕਮੇਟੀ ਬਣਨ ਮੌਕੇ ਹੀ ਇਸ ਤਰ੍ਹਾਂ ਦੀਆਂ ਗੇਮਾਂ ਖੇਡਣਾ ਸ਼ੁਰੂ ਕਰ ਦਿੰਦੇ ਵੀ 6 ਗਰੁੱਪ ਨੂੰ ਪਾੜਨਾ ਕਿੱਦਾਂ ਤੇ ਇਹਨੂੰ ਡਿਸਟਰੋਏ ਕਿੱਦਾਂ ਕਰਨਾ। ਗੁਰੂ ਘਰ ਦਾ ਕੋਈ ਵਿਚਾਰ, ਗੁਰੂ ਘਰ ਬਾਰੇ ਕੁਛ ਨਹੀਂ ਸੋਚਿਆ ਗਿਆ। ਹਾਂਜੀ, ਪਰ ਲੇਕਿਨ ਫੇਰ ਵੀ ਤੁਹਾਡੀ 11 ਦੀ ਮੈਜੋਰਿਟੀ ਸੀ। ਹਾਂ, ਮੈਂ ਉਹੀ ਦੱਸਦਾ ਨਾ, ਕਿਉਂਕਿ ਸਾਡੇ ਗੁਰੂ ਘਰਾਂ ਤੋਂ ਬਾਹਰ ਕੁਛ ਐਸੀਆਂ ਤਾਕਤਾਂ ਬੈਠੀਆਂ ਜਿਹੜੀਆਂ ਤੁਹਾਨੂੰ ਉਹ ਜੋੜਨਾ ਨਹੀਂ ਚਾਹੁੰਦੀਆਂ, ਤੋੜਨਾ ਚਾਹੁੰਦੀਆਂ। ਤੇ ਜਿਹੜੇ 6 ਮੈਂਬਰ ਸੀ, ਉਹਨਾਂ ਨੇ ਕੋਸ਼ਿਸ਼ ਇਹੀ ਕੀਤੀ ਕਿ ਸ਼ੇਰ ਗਰੁੱਪ ਨੂੰ ਕਿਸ ਤਰ੍ਹਾਂ ਇਹਨੂੰ ਲੀਰ ਕਰਨਾ, ਕਿਸ ਤਰ੍ਹਾਂ ਆਪਾਂ ਇਹਨੂੰ ਪਾੜਨਾ ਤੇ ਕਿਸ ਤਰ੍ਹਾਂ ਕੋਈ ਅੱਗੇ ਕੰਮ ਨਹੀਂ ਕਰਨ ਦੇਣਾ। ਸੋ ਉੱਥੋਂ ਹੀ ਸਾਜ਼ਿਸ਼ ਸ਼ੁਰੂ ਹੋ ਗਈ। 2 ਮਹੀਨੇ ਤੱਕ ਕਮੇਟੀ ਨਹੀਂ ਬਣ ਸਕੀ ਸੀ। ਉਹਦਾ ਕਾਰਨ ਇਹੀ ਸੀ ਵੀ ਕਿਉਂਕਿ ਖਿੱਚਾ ਧੋਈ ਸੀਗੀ। ਸੋ ਇਹਦਾ ਮਤਲਬ ਇਹ ਜਿਹੜੀ ਤੁਹਾਡੀ ਕਮੇਟੀ ਸੀ ਉਹਦੇ ਵਿੱਚ ਇਹ ਦੋ ਫਾੜ ਹੋ ਗਏ। ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, ਪਰ ਲੇਕਿਨ ਉਹਨੇ ਰੀਜ਼ਨ ਕੋਈ ਦਿੱਤਾ ਵੀ ਕਾਹਤੇ ਦੋ ਫਾੜ ਹੋਇਆ, ਕਾਹਤੇ ਤੁਹਾਡੇ ਨਾਲ ਗੁੱਸੇ ਹੋਇਆ? ਐਕਚੁਅਲੀ ਗੱਲ ਤਾਂ ਸਾਰਾ ਪੋਸਟਾਂ ਦਾ ਹੀ ਹੈਗਾ। ਇਹਦਾ ਕੋਈ ਅੱਛਾ, ਚੌਧਰ ਦੀ ਆ। ਹਾਂਜੀ, ਹਾਂ, ਗੱਲ ਚੌਧਰਾਂ ਦੀ ਹੈਗੀ ਆ। ਅਗਲਾ ਸਟੈਪ ਕੀ ਹੈਗਾ ਜਿਹੜਾ ਇਸ ਟਾਈਮ ਇਸ਼ੂ ਆ? ਜਿਹੜੇ ਤੁਸੀਂ ਕਹਿੰਦੇ ਆ ਨਾ ਕਿ ਉਹਨਾਂ ਨੂੰ ਵੋਟਾਂ ਨਹੀਂ, ਉਹ ਮੈਂਬਰ ਨਹੀਂ ਬਣ ਸਕਦੇ, ਜਿਹੜੇ 2.5 ਸਾਲਾਂ ਦੇ ਜਾਂ ਜਿਨ੍ਹਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੈਗੀ ਤੇ PR ਨਹੀਂ ਹੈਗੀ, ਤੇ ਹੁਣ ਅਗਲਾ ਸਟੈਪ ਕੀ ਹੋਏਗਾ? ਅਗਲਾ ਸਟੈਪ ਜਿਹੜਾ ਹੈਗਾ, ਆਲਰੇਡੀ 2 ਕੇਸ ਜਿਹੜੇ ਹੈਗੇ ਆ ਉਹ ਵਕੀਲਾਂ ਵੱਲੋਂ ਆ ਚੁੱਕੇ ਆ। ਤੇ ਮੇਰਾ ਖਿਆਲ ਵੀ ਜਿਨ੍ਹਾਂ ਦਾ ਇੱਕ ਜਿਹੜਾ ਸੀਰੀਅਸ ਕੇਸ ਹੈ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਹੈਗਾ, ਮੈਂ ਉਹਦੇ ਵਿੱਚ ਜ਼ਿਆਦਾ ਮੈਂਬਰ 2 ਸਾਲ 5 ਸਾਲ 10 ਸਾਲ ਤੇ ਜਿਨ੍ਹਾਂ ਦੀਆਂ ਜਿਹੜੇ ਯੂਰਪ ਤੋਂ ਆਏ ਹੋਏ ਡਿਪੈਂਡੈਂਟ, ਉਹਨਾਂ ਦੇ ਉੱਤੇ ਵੀ ਕਾਫੀ ਅਸਰ ਪੈ ਰਿਹਾ। ਉਹ ਤਕਰੀਬਨ ਕਾਫੀ ਲੰਬੀ ਲਾਈਨ ਲੱਗੀ ਹੋਈ ਆ। ਉਹਨਾਂ ਨੇ ਜਿਹੜਾ ਨੋਟਿਸ ਫਰਾਈਡੇ ਤੱਕ ਪਾਇਆ। ਅਗਰ ਫਰਾਈਡੇ ਤੱਕ ਕਮੇਟੀ ਨਹੀਂ ਕੁਛ ਕਰਦੀ ਤਾਂ ਉਹਦੇ ਵਿੱਚ ਮੈਂ ਵੀ ਇਸ ਗੱਲ ਦਾ ਵਿਟਨੈਸ ਹਾਂ। ਮੱਲੀ ਸਾਹਿਬ, ਕਮੇਟੀ ਤਾਂ ਤੁਹਾਡੀ ਹੈ? ਕਮੇਟੀ ਤਾਂ ਸਾਡੀ ਆ, ਪਰ ਉਹਦੇ ਵਿੱਚ ਜਿਹੜੀ ਇਲੈਕਸ਼ਨ ਕਮੇਟੀ ਬਣਾਈ ਆ ਨਾ, ਉਹ ਇਲੈਕਸ਼ਨ ਕਮੇਟੀ ਬਣਨ ਤੋਂ ਬਾਅਦ ਉਹਨਾਂ ਨੇ ਬਾਈ ਲਾਜ਼ ਬਣਾਉਣੇ ਹੁੰਦੇ ਆ। ਜਿਹੜੇ ਬਾਈ ਲਾਜ਼ ਉਹਨਾਂ ਨੇ ਗਲਤ ਬਣਾਏ ਆ। ਹਾਂਜੀ, ਜਦੋਂ ਹੁਣ ਕੇਸ ਹੋ ਗਿਆ, ਹੁਣ ਵਾਪਸ ਉਹ ਕਹਿੰਦੇ ਜੀ ਕਮੇਟੀ ਸੌਟ ਆਊਟ ਕਰੇ। ਪੰਗਾ ਜਿਹੜਾ ਹੈਗਾ ਇਲੈਕਸ਼ਨ ਕਮੇਟੀ ਨੇ ਪਾਇਆ, ਜਿਹਦੇ ਵਿੱਚ ਸਾਡੇ 3 ਮੈਂਬਰ ਆ, ਲੇਕਿਨ ਦੂਜੇ ਪਾਸੇ 3 ਗਰੁੱਪ ਬਾਜ ਦੇ, 3 ਮੈਂਬਰ ਬਾਜ ਦੇ ਆ, 3 ਮੈਂਬਰ ਹੀ 13 ਪੰਥ ਵਸੇ ਦੇ ਆ। ਉਹ 6 ਇਕੱਠੇ ਹੋ ਗਏ। ਠੀਕ ਆ। ਤੇ 7ਵਾਂ ਜਿਹੜਾ ਚੇਅਰਮੈਨ ਆ, ਜਿਹਨੇ ਵੀਟੋ ਕਰਨਾ ਹੁੰਦਾ, ਉਹ ਵੀ ਉਹਨਾਂ ਦੇ ਨਾਲ ਹੀ ਰਲ ਗਿਆ। ਉਹਨੇ ਵੀ ਹਾਂ 'ਚ ਹਾਂ ਮਿਲਾਤੀ ਵੀ ਨਹੀਂ, ਇਹ ਠੀਕ ਆ, ਆਪਾਂ ਇਨਡੈਫੀਨਿਟਲੀ ਵਾਲੇ ਬਣਾਉਣੇ, ਦੂਜੇ ਨਹੀਂ ਬਣਾਉਣੇ, ਜਿਹੜੀ ਕਿ ਡਿਸਕ੍ਰਿਮੀਨੇਸ਼ਨ ਆ। ਹੁਣ ਜਿਹੜਾ ਕੇਸ ਹੈਗਾ ਉਹ ਕਨਸਟੀਟਿਊਸ਼ਨਲ ਕੇਸ ਨਹੀਂ, ਉਹ ਡਿਸਕ੍ਰਿਮੀਨੇਸ਼ਨ ਦਾ ਕੇਸ ਆ। ਸੋ ਉਹ ਸਿੱਧਾ ਉਹਨੂੰ ਚੈਰਿਟੀ ਕਮਿਸ਼ਨ ਨੇ ਵੀ ਕਹਿ ਦਿੱਤਾ ਹੈਗਾ ਵੀ ਚੈਰਿਟੀ ਸਾਡੇ ਕੋਲ ਆਉਣ ਦੀ ਲੋੜ ਨਹੀਂ, ਤੁਸੀਂ ਸਿੱਧੇ ਹਾਈ ਕੋਰਟ ਜਾ ਸਕਦੇ ਹੋ। ਸੋ ਇੰਜੰਕਸ਼ਨ ਵਾਸਤੇ। ਮੱਲੀ ਸਾਹਿਬ, ਜੇ ਕੋਰਟਾਂ ਦੇ ਚੱਕਰ ਵਿੱਚ ਪੈ ਗਏ
ਤਾਂ ਫੇਰ ਤਾਂ ਪੈਸੇ ਲੱਗਣੇ ਆ। ਹੁਣ ਪੈਸੇ ਕਿਹਦੇ ਲੱਗੂਗੇ? ਪ੍ਰਾਈਵੇਟ ਜਿਹੜੇ ਮੈਂਬਰਸ ਹੈਗੇ ਉਹਨਾਂ ਦੇ ਲੱਗੂ ਕਿ ਗੁਰਦੁਆਰਾ ਸਾਹਿਬ ਦੇ ਲੱਗੂਗੇ ਪੈਸੇ? ਅਸੀਂ ਜਿੰਨੇ ਤਕਰੀਬਨ 10-11 ਮੈਂਬਰ ਜਿਹੜੇ ਕਮੇਟੀ ਦੇ ਵਿੱਚ ਵੀ ਸਪੋਰਟ ਕਰਦੇ ਆ ਵੀ ਸਾਰਿਆਂ ਦੀ ਮੈਂਬਰਸ਼ਿਪ ਹੋਣੀ ਚਾਹੀਦੀ ਆ, ਹਾਂਜੀ, ਉਹ ਸਾਰੇ ਇਹ ਕਹਿੰਦੇ ਵੀ ਜਿਹੜੇ ਬੰਦੇ ਆਬਜੈਕਟ ਕਰਦੇ ਆ ਉਹਨਾਂ ਨੂੰ ਇਹ ਖਰਚੇ ਦੇਣੇ ਪੈਣ। ਹਾਂਜੀ, ਠੀਕ ਹੈ ਨਾ? ਨਹੀਂ, ਪਰ ਲੇਕਿਨ ਦੋਨੋਂ ਪਾਰਟੀਆਂ ਜਿਹੜੀਆਂ, ਦੋਨਾਂ ਪਾਰਟੀਆਂ ਦੇ ਵਿੱਚ ਇੱਕ ਦਾ ਖਰਚਾ ਜਿਹੜਾ ਹੈਗਾ ਉਹ ਸਿੰਘ ਸਭਾ ਦੀ ਗੋਲਕ ਵਿੱਚੋਂ ਜਾਊਗਾ, ਵਕੀਲਾਂ ਦਾ ਖਰਚਾ ਨਹੀਂ ਜਾਣਾ ਚਾਹੀਦਾ। ਜਿਹੜੇ ਲੋਕ ਆਬਜੈਕਟ ਕਰਦੇ ਜਾਣਾ ਤਾਂ ਨਹੀਂ ਚਾਹੀਦਾ, ਪਰ ਜਾਊਗਾ ਕਿ ਨਹੀਂ? ਪਿਛਲੀ ਵਾਰੀ ਇਹਨਾਂ ਨੇ ਮੈਂ ਉਦੋਂ ਵੀ ਰਿਫਿਊਜ਼ ਕੀਤਾ ਸੀ ਵੀ ਇਹ ਪੈਸੇ ਜਿਹੜੇ ਹੈਗੇ ਆ, ਜਿਹੜੇ ਬੰਦੇ ਰਿਫਿਊਜ਼ ਕਰਦੇ ਉਹਨਾਂ ਦੀ ਪਾਕਟ 'ਚ ਜਾਣਾ ਚਾਹੀਦਾ। ਇਸ ਵਾਰ ਵੀ ਮੈਂ ਇਹ ਉਹਨਾਂ ਨੂੰ ਕਿਹਾ ਹੈਗਾ, ਨੋਟਿਸ 'ਤੇ ਵੀ ਪਾਇਆ ਵੀ ਅਗਰ ਇਹ ਕੋਰਟ ਦੇ ਵਿੱਚ ਕੇਸ ਜਾਂਦਾ ਤਾਂ ਇਹ ਇੰਡੀਵਿਜੂਅਲ ਜਿਹੜਾ ਖਰਚਾ ਦੇਣ, ਨਾ ਕਿ ਸੰਗਤ ਦਾ ਪੈਸਾ ਵੇਸਟ ਕੀਤਾ ਜਾਵੇ। ਦੋਨਾਂ ਪਾਰਟੀਆਂ ਤੋਂ? ਦੋਨਾਂ ਪਾਰਟੀਆਂ। ਜਿਹੜੀ ਬਾਹਰ ਪਾਰਟੀ ਬੈਠੀ ਹੈ ਉਹਨਾਂ ਨੇ ਤਾਂ ਪੈਸੇ ਆਪਦੇ ਖਰਚਣੇ, ਅਸੀਂ ਤਾਂ ਨਹੀਂ ਖਰਚਣੇ ਉਹ। ਹਾਂਜੀ, ਕਿਉਂਕਿ ਜਿਹੜੇ ਬੰਦੇ ਜਿਹਨਾਂ ਦੇ ਮੈਂਬਰ ਨਹੀਂ ਬਣ ਰਹੇ ਉਹ ਕਲੈਕਟਿਵਲੀ ਆਪਦਾ ਫੰਡ ਉਹ ਤਾਂ ਆਪਦੇ ਕੋਲੋਂ ਲਾਉਣਗੇ। ਹਾਂਜੀ, ਪਰ ਲੇਕਿਨ ਜੇ ਤੁਸੀਂ, ਉਹ ਵੀ ਸੰਗਤ ਦੇ ਪੈਸੇ ਆ, ਇਹ ਵੀ ਸੰਗਤ ਦੇ ਪੈਸੇ ਆ। ਸੋ ਜਿਹੜਾ ਸ਼ੇਅਰ ਗਰੁੱਪ ਹੈਗਾ, ਹਾਂਜੀ, ਉਹਦੇ ਜਿਹੜੇ ਪੈਸੇ ਖਰਚਾ ਹੋਊਗਾ ਉਹ ਸਿੰਘ ਸਭਾ ਦੇ ਵੱਲੋਂ ਹੋਊਗਾ? ਨਹੀਂ, ਇਹ ਸ਼ੇਅਰ ਗਰੁੱਪ ਨਹੀਂ ਕੇਸ ਕਰ ਰਿਹਾ। ਅੱਛਾ, ਇਹ ਕਲੀਅਰ ਹੋਣਾ ਚਾਹੀਦਾ। ਸ਼ੇਅਰ ਗਰੁੱਪ ਨਹੀਂ, ਸੰਗਤੀ ਰੂਪ ਦੇ ਵਿੱਚ ਸੰਗਤ ਦੇ ਮੈਂਬਰ ਜਿਨ੍ਹਾਂ ਨੂੰ ਮੈਂਬਰ ਨਹੀਂ ਬਣ ਦਿੱਤਾ ਜਾ ਰਿਹਾ, ਇਹਨਾਂ ਨੂੰ ਇੱਦਾਂ ਲੱਗਦਾ ਵੀ ਇਹ ਸਾਰੇ ਸ਼ੇਅਰ ਗਰੁੱਪ ਦੇ ਮੈਂਬਰ ਆ। ਅਸੀਂ ਇਹ ਡਿਕਲੇਅਰ ਕਰਦੇ ਹਾਂ ਕਿ ਕੋਈ ਵੀ ਮੈਂਬਰ ਜਿਹੜਾ ਇਹਨਾਂ 4 12 ਦੇ ਵਿੱਚ ਰਹਿ ਰਿਹਾ ਉਹ ਮੈਂਬਰ ਬਣੇ, ਉਹ ਆਪਦੀ ਮਰਜ਼ੀ ਨਾਲ ਵੋਟ ਪਾਵੇ, ਆਪਦੇ ਮਰਜ਼ੀ ਦੇ ਨਾਲ ਜਿਹੜੀ ਉਹਨੂੰ ਬੈਸਟ ਜਿਹੜੇ ਪੀਪਲ ਸੇਵਾਦਾਰ ਲੱਗਦੇ ਉਹਨਾਂ ਨੂੰ ਜਿਤਾਵੇ। ਸੋ ਮੇਰਾ ਕੁਐਸਚਨ ਅਜੇ ਅਨਕਲੀਅਰ ਹੈਗੀ ਆ, ਸਿੰਘ ਸਭਾ ਦੀ ਗੋਲਕ ਦੇ ਵਿੱਚੋਂ ਕੋਈ ਵੀ ਕੋਰਟ ਤੇ ਪੈਸਾ ਲੱਗੇਗਾ ਜਾਂ ਨਹੀਂ, ਚਾਹੇ ਜਿਹੜੀ ਮਰਜ਼ੀ ਸਾਈਡ ਆ? ਹਾਂ, ਜਦੋਂ ਮੈਂ ਚੇਅਰਮੈਨ ਦੇ ਨਾਲ, ਜਿਹੜਾ MEC ਦਾ ਚੇਅਰਮੈਨ, ਉਹਦੇ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਇਹ ਪੈਸਾ ਸਿੰਘ ਸਭਾ ਦੀ ਗੋਲਕ ਚੋਂ ਲੱਗੇਗਾ। ਉਹਨਾਂ ਨੇ ਇਹ ਗੱਲ ਕਹੀ ਆ, ਉਹਨਾਂ ਨੇ ਕਿਹਾ। ਹਾਂਜੀ, ਠੀਕ ਆ। ਸੋ ਸਾਡੇ ਇਹਦਾ ਮਤਲਬ ਵੀ ਹੋਰ ਪੈਸੇ ਲੱਗਣ ਨੂੰ ਥਾਂ ਹੋ ਗਈ, ਜਿਹੜੀ ਕਿ ਸੰਗਤ ਦਾ ਪੈਸਾ ਹੈਗਾ। ਬਿਲਕੁਲ, ਅਸੀਂ 8 ਸਾਲ ਇਹੀ ਕੋਸ਼ਿਸ਼ ਕੀਤੀ ਆ ਕਿ ਪੁਰਾਣੇ ਕੇਸਾਂ ਦਾ ਖਾਤਮਾ ਕਰਕੇ ਕੋਈ ਹੋਰ ਕੇਸ ਪੈਣ ਨਹੀਂ ਦਿੱਤਾ, ਪਰ ਜਦੋਂ ਹੀ ਇਹ ਇਲੈਕਸ਼ਨਾਂ ਅਨਾਉਂਸ ਹੋਈਆਂ ਉਦੋਂ ਹੀ ਇਹ ਜਿਹੜੀਆਂ ਗੱਲਾਂ, ਬਾਕੀ ਗੱਲ ਦੁਨੀਆ ਤੇ ਤੁਸੀਂ ਕਿਤੇ ਵੀ ਦੇਖ ਲਓ, ਸੱਚ ਹਮੇਸ਼ਾ ਮਿਨੋਰਟੀ 'ਚ ਰਹਿੰਦਾ। ਹਾਂਜੀ, ਸੱਚ ਹਮੇਸ਼ਾ ਮਿਨੋਰਟੀ 'ਚ ਰਹਿੰਦਾ। ਸੋ ਅਸੀਂ ਉਸ ਮਿਨੋਰਟੀ ਦੇ ਵਿੱਚ ਖੜੇ ਹਾਂ ਅਤੇ ਅਸੀਂ ਉਹਨਾਂ ਸੰਗਤੀ ਰੂਪ ਦੇ ਵਿੱਚ ਉਹਨਾਂ ਲੋਕਾਂ ਨੂੰ ਗੁਰੂ ਘਰਾਂ ਦੇ ਨਾਲ ਜੋੜਨਾ ਚਾਹੁੰਦੇ ਹਾਂ। ਜੇ ਉਹ ਮੈਂਬਰ ਬਣੇ ਹੋਣਗੇ, ਉਹਨਾਂ ਦਾ ਗੁਰੂ ਘਰ ਨਾਲ ਝੁਕਾਅ ਹੋਏਗਾ, ਆਪਣੇ ਬੱਚਿਆਂ ਨੂੰ ਨਾਲ ਜੋੜਨਗੇ। ਆਉਣ ਵਾਲੇ ਸਮੇਂ 'ਚ ਇਲੈਕਸ਼ਨਾਂ ਬੰਦ ਕਰਕੇ ਸਿਲੈਕਸ਼ਨ ਵਾਲੇ ਪਾਸੇ ਜਾਵਾਂਗੇ। ਤਾਂ ਇੱਕ ਮੈਂਬਰਸ਼ਿਪ ਜਿਹੜੀ ਹੈਗੀ ਆ ਉਹ EGM ਦੇ ਵਿੱਚ ਤੁਸੀਂ ਆ ਕੇ ਆਪਣੇ ਵਿਚਾਰ, ਅਗਰ ਕੋਈ ਗੁਰੂ ਘਰ 'ਚ ਗਲਤ ਹੋ ਰਿਹਾ, ਗੁਰੂ ਘਰ ਦੇ ਵਿੱਚ ਅਸੀਂ ਕੁਛ ਪੰਥਕ ਤੌਰ 'ਤੇ ਕੁਛ ਕਰਨਾ ਚਾਹੁੰਦੇ ਹਾਂ, ਤਾਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ। ਅਗਰ ਤੁਸੀਂ ਮੈਂਬਰ ਨਹੀਂ ਹੈਗੇ, ਜਦ ਤੱਕ ਇਲੈਕਸ਼ਨਾਂ ਹੈਗੀਆਂ ਤਦ ਤੱਕ ਤੁਸੀਂ ਉਹ ਆਵਾਜ਼ ਬੁਲੰਦ ਨਹੀਂ ਕਰ ਸਕੋਗੇ। ਪਰ ਜੇ ਹੁਣ ਆਪਾਂ ਮੱਲੀ ਸਾਹਿਬ ਗੱਲ ਕਰੀਏ ਕਿ ਜਿਹੜੇ ਲੋਕੀ ਇਸ ਵੇਲੇ ਸੁਣ ਰਹੇ ਹੈਗੇ ਆ ਨਾ, ਸੰਗਤਾਂ ਸੁਣ ਰਹੀਆਂ ਹੈਗੀਆਂ, ਉਹ ਤਾਂ ਇਹੀ ਫੀਲ ਕਰਦੀਆਂ ਹੈਗੀਆਂ ਕਿ ਆਪਣੀਆਂ ਚੌਧਰਾਂ ਲਈ, ਆਪਣੀ ਹੈਂਕੜ ਲਈ, ਚਾਹੇ ਜਿਹੜੀ ਮਰਜ਼ੀ ਜਿਹੜਾ ਮਰਜ਼ੀ ਹੈਗਾ, ਠੀਕ ਆ, ਪੈਸਾ ਤਾਂ ਜਿਹੜਾ ਸੰਗਤ ਦਾ ਬਰਬਾਦ ਹੋ ਰਿਹਾ ਨਾ ਇਹਨਾਂ ਕੇਸਾਂ 'ਤੇ। ਬਿਲਕੁਲ, ਤੁਹਾਡੀ ਇਹ ਗੱਲ ਸਹੀ ਆ। ਹੈ ਨਾ, ਹੁਣ ਸੰਗਤ ਜਿਹੜੀ ਆ ਉਹ ਇੰਡੀਵਿਜੂਅਲ ਤੌਰ 'ਤੇ ਜੋ ਕੁਛ ਵੀ ਆਪਣਾ ਦਾਨ ਪੁੰਨ ਕਰਦੇ ਹੈਗੇ ਆ, ਉਹ ਦੂਸਰੇ ਕੋਰਟਾਂ ਦੀਆਂ ਫੀਸ ਲਈ ਜਾਂ ਵਕੀਲਾਂ ਦੀਆਂ ਫੀਸ ਲਈ ਥੋੜ੍ਹਾ ਦੇ ਰਹੀ ਹੈ, ਉਹ ਤਾਂ ਸਿੰਘ ਸਭਾ ਨੂੰ ਦੇ ਰਹੀ ਹੈਗੇ ਨਾ। ਤਾਂ ਇਹ ਤਾਂ ਸਾਰਿਆਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਹੈਗਾ ਕਿ ਸੰਗਤ ਦਾ ਜਿਹੜਾ ਪੈਸਾ ਹੈਗਾ ਕਿਉਂ ਬਰਬਾਦ ਹੋ ਰਿਹਾ ਹੈਗਾ। ਮੈਂ ਇੱਕ ਗੱਲ ਇਹ ਗੁਰੂ ਦੇ ਭਰੋਸੇ ਨਾਲ ਕਹਿ ਰਿਹਾ ਜੀ, ਮੈਂ ਸੱਚ ਦੇ ਨਾਲ ਹਾਂ ਜੀ, ਲੋਕਾਂ ਦੇ ਨਾਲ ਅਗਰ ਵਧੀਕੀ ਹੁੰਦੀ ਆ, ਲੋਕਾਂ ਨੂੰ ਜਸਟਿਸ ਨਹੀਂ ਮਿਲਦਾ, ਇਨਸਾਫ ਨਹੀਂ ਮਿਲਦਾ, ਮੈਂ ਉਹਨਾਂ ਦੇ ਨਾਲ ਹਾਂ। ਹਾਂਜੀ, ਮੈਂ ਵਧੀਕੀ ਕਰਨ ਵਾਲਿਆਂ ਦੇ ਨਾਲ ਨਹੀਂ ਆ, ਨਾ ਮੈਂ ਚੌਧਰੀਆਂ ਦੇ ਨਾਲ ਹਾਂ। ਹਾਂਜੀ, ਮੇਰੀ ਖਾਸ਼ ਇਹ ਆ ਕਿ ਵੱਧ ਤੋਂ ਵੱਧ ਸੰਗਤ ਮੈਂਬਰ ਬਣੇ। ਹਾਂਜੀ, ਸੰਗਤੀ ਰੂਪ ਦੇ ਵਿੱਚ ਉਹ ਲੋਕ ਅੱਗੇ ਆਉਣ ਜਿਹੜੇ ਗੁਰੂ ਘਰ ਵਿੱਚ ਆ ਕੇ ਟਾਈਮ ਦੇ ਸਕਦੇ ਆ, ਸੇਵਾ ਕਰ ਸਕਦੇ ਆ, ਲੋਕਾਂ ਨੂੰ ਪਿਆਰ ਦੇ ਨਾਲ ਲੋਕ ਦੌੜੇ ਆਉਣ ਗੁਰੂ ਘਰ ਵੀ ਅਸੀਂ ਬੱਚਿਆਂ ਨੂੰ ਲੈ ਕੇ ਜਾਣਾ, ਅੱਜ ਉੱਥੇ ਪ੍ਰੋਗਰਾਮ ਹੋ ਰਿਹਾ। ਅਤੇ ਅਸੀਂ ਇਹ ਚਾਹੁੰਦੇ ਹਾਂ, ਅਸੀਂ ਬਿਲਕੁਲ ਨਹੀਂ ਇਹ ਚਾਹੁੰਦੇ ਕਿ ਮੈਨੂੰ ਇੱਕ ਗੱਲ ਦੀ ਅਜੇ ਤੱਕ ਸਮਝ ਨਹੀਂ ਆਈ। ਹਾਂਜੀ, ਮੈਨੂੰ ਕਾਫੀ ਕੁਐਸਚਨ, ਕਾਫੀ ਪੈਨਲਾਈਜ਼ ਤਾਂ ਕੀਤਾ ਵੀ ਜੇ ਗੁਰੂ ਘਰ ਦੇ ਨਾਲ ਵੱਧ ਸੰਗਤ ਜੁੜੀ ਹੋਏਗੀ
ਜਿਹੜੇ ਗੁਰੂ ਘਰ ਦੇ ਵਿੱਚ ਲੱਖਾਂ ਪਾਉਂਡ ਹਰ ਮਹੀਨੇ ਤਕਰੀਬਨ 2-2.5 ਲੱਖ ਪਾਉਂਡ ਗੁਰੂ ਘਰ ਵਿੱਚ ਡੋਨੇਸ਼ਨ ਆਉਂਦੀ ਆ, ਉਹ ਇਹਨਾਂ ਸੰਗਤਾਂ ਕਰਕੇ ਹੀ ਆਉਂਦੀ ਆ। ਅਤੇ ਜੇ ਅਸੀਂ ਇਕੱਲੇ ਕਹੀਏ ਵੀ ਪੱਕੇ ਲੋਕ ਹੀ ਇੱਥੇ ਮੈਂਬਰ ਬਣ ਸਕਦੇ, ਬਾਕੀ ਲੋਕ ਸੇਵਾ ਕਰਨ, ਉਹ ਲੰਗਰਾਂ ਦੇ ਵਿੱਚ ਉਹ ਜਿੱਥੇ ਜਦੋਂ ਵੀ ਉਹਨਾਂ ਨੇ ਟਾਈਮ ਦੇਣਾ ਉਹ ਲੋਕ ਸੇਵਾ ਕਰਦੇ ਆ, ਅਤੇ ਫਿਰ ਉਹਨਾਂ ਲੋਕਾਂ ਨੂੰ ਉਹ ਮੈਂਬਰ ਬਣਨ ਦਾ ਅਧਿਕਾਰ ਕਿਉਂ ਨਹੀਂ? ਇੱਕ ਪਾਸੇ ਅਸੀਂ ਕਹਿੰਦੇ ਗੁਰੂ ਘਰ ਸਾਹਿਬ ਦੇ ਵਿੱਚ ਬਰਾਬਰਤਾ ਹੈਗੀ ਆ, ਅਤੇ ਜੇ ਅਸੀਂ ਉਹਨਾਂ ਨਾਲ ਵਿਤਕਰਾ ਕਰਦੇ ਹਾਂ, ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਅਤੇ ਇੱਥੇ ਦਾ ਕਾਨੂੰਨ ਉਹ ਅਲਾਓ ਹੀ ਨਹੀਂ ਕਰਦਾ। ਸਾਡਾ ਧਰਮ ਵੀ ਅਲਾਓ ਨਹੀਂ ਕਰਦਾ। ਜਿਹੜੇ ਧਰਮ ਦੀ ਅਸੀਂ ਗੱਲ ਕਰਦੇ ਹਾਂ ਉੱਥੇ ਅਸੀਂ ਸਾਡਾ ਧਰਮ ਨਹੀਂ ਅਲਾਓ ਕਰਦਾ ਕਿ ਅਸੀਂ ਕਿਸੇ ਨਾਲ ਵਿਤਕਰਾ ਕਰੀਏ, ਅਤੇ ਅੱਜ ਵਿਤਕਰਾ ਫਿਰ ਕਿਉਂ ਹੋ ਰਿਹਾ? ਨਹੀਂ, ਜਿਹੜੀ ਤੁਸੀਂ ਗੱਲ ਕਰਦੇ ਹੈਗੇ ਨਾ ਕਿ ਜ਼ਿਆਦਾ ਜਿਹੜੇ ਮੈਂਬਰ ਆ ਜਿਹੜੇ ਬਣਨ ਦੇ ਨਾਲ ਆ ਹੈਗਾ ਨਾ, ਮੈਂਬਰ ਬਣਨ ਦੇ ਨਾਲ ਇਹ ਜ਼ਰੂਰੀ ਨਹੀਂ ਗਾ ਕਿ ਉਹ ਗੁਰਦੁਆਰਾ ਸਾਹਿਬ ਜਾਂ ਗੁਰੂ ਘਰ ਦੇ ਨਾਲ ਜੁੜ ਜਾਂਦੇ ਹੈਗੇ ਆ। ਠੀਕ ਹੈ ਨਾ? ਜਾਂ ਤਾਂ ਇਹ ਹੋਊਗੇ ਕਿ ਜਿੰਨੇ ਜ਼ਿਆਦਾ ਮੈਂਬਰ ਬਣਨਗੇ ਉਨੇ ਜ਼ਿਆਦਾ ਗੁਰਦੁਆਰਾ ਸਾਹਿਬ ਨੂੰ ਪੈਸੇ ਆਉਣਗੇ, ਕਿਉਂਕਿ ਮੈਂਬਰਸ਼ਿਪ ਫੀਸ ਰੱਖੀ ਹੈਗੀ ਆ। ਇੱਦਾਂ ਨਹੀਂ ਪਰ ਲੇਕਿਨ ਇਹ ਮੈਂ ਕਿਹਾ ਲੌਜਿਕ ਨਹੀਂ ਹੈਗਾ ਕਿ ਜਿੰਨੇ ਜ਼ਿਆਦਾ ਮੈਂਬਰ ਬਣੋਗੇ ਉਨੇ ਹੀ ਗੁਰਦੁਆਰਾ ਸਾਹਿਬ ਦੇ ਨਾਲ ਜੁੜੂਗੇ, ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਹੈਗਾ ਜਿਹੜੀ ਕਮੇਟੀ ਹੁੰਦੀ ਆ, ਜਿੱਦਾਂ ਹੁਣ ਤੁਸੀਂ ਤੁਸੀਂ ਪ੍ਰਧਾਨ ਹੈਗੇ ਆ, ਤੁਸੀਂ ਹਰ ਰੋਜ਼ ਮੈਂ ਕਿਹਾ ਕੋਈ ਦਿਨ ਹੁੰਦਾ ਜਿੱਦਾਂ ਤੁਸੀਂ ਨਹੀਂ ਗੁਰਦੁਆਰਾ ਸਾਹਿਬ ਜਾਂਦੇ। ਪਰ ਜੇ ਆਪਾਂ ਆਮ ਤੌਰ 'ਤੇ ਦੇਖੀਏ, ਮੈਂ ਇਕੱਲੀ ਸਿੰਘ ਸਭਾ ਦੀ ਸਾਊਥ ਹਾਲ ਦੀ ਨਹੀਂ ਗੱਲ ਕਰਦੇ ਆ, ਜਦੋਂ ਕੋਈ ਪ੍ਰਧਾਨ ਨਹੀਂ ਹੁੰਦਾ ਉਹ ਗੁਰਦੁਆਰੇ ਦਿਸਦਾ ਹੀ ਨਹੀਂ ਹੁੰਦਾ, ਉਹ ਵੀ ਮੈਂਬਰ ਹੀ ਹੁੰਦੇ, ਉਹ ਫਿਰ ਕਿੱਦਾਂ ਗੁਰਦੁਆਰੇ ਨਾਲ ਟੁੱਟ ਜਾਂਦੇ ਆ? ਦੇਖੋ ਜਿਹੜੀ ਕੁਆਲਿਟੀ ਆ ਨਾ, ਉਹ ਕੁਆਂਟੀਟੀ ਉਹ ਕੁਆਂਟੀਟੀ 'ਚੋਂ ਨਿਕਲਣੀ ਆ। ਲੇਕਿਨ ਜਦੋਂ ਆਪਾਂ ਗੱਲ ਕਰਦੇ ਹਾਂ ਮੈਂਬਰਸ਼ਿਪ ਦੀ, ਜੇ ਉੱਥੇ ਇਲੈਕਸ਼ਨਾਂ ਹੋਣੀਆਂ ਤਾਂ ਜਿੰਨੀ ਮੈਂਬਰਸ਼ਿਪ ਵੱਧ ਹੋਏਗੀ ਉੱਥੇ ਪੈਸੇ ਦੀ ਗੱਲ ਨਹੀਂ ਹੈਗੀ। ਲੋਕਾਂ ਨੇ ਜਿਹੜਾ ਪੈਸਾ ਮੈਂਬਰਸ਼ਿਪ ਫੀ ਕਰਕੇ ਦੇਣਾ, ਆਲਰੇਡੀ 60-70 ਹਜ਼ਾਰ ਪਾਉਂਡ ਇਹਦੇ 'ਤੇ ਖਰਚਾ ਆ ਜਾਂਦਾ, ਉਹਦਾ ਖਰਚਾ ਵੀ ਰਿਕਵਰ ਨਹੀਂ ਹੁੰਦਾ। ਜਿਹੜੀ ਆਪਾਂ ਫੀਸ ਕਹਿੰਦੇ ਆ ਨਾ, ਓਵਰ 65 ਸਾਰੇ ਫ੍ਰੀ ਹੈਗੇ ਆ। ਮੈਂ ਤਾਂ ਭਾਜੀ ਕਹੂੰਗਾ ਕਿ ਸ਼ਾਬਾਸ਼ ਹੈ ਕਮੇਟੀਆਂ ਦੇ ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਪੈਸੇ ਇਹਨਾਂ ਦੇ ਨਿਕੰਮੇ ਕੰਮਾਂ 'ਤੇ ਜਿਹੜੇ ਖਰਚ ਰਹੇ ਹੈਗੇ ਆ। ਬੈਠ ਕੇ ਗੱਲ ਕਰਕੇ ਤੁਸੀਂ ਮੁਕਾ ਲਓ ਸੰਗਤ ਦਾ ਪੈਸਾ ਕਾਹਦੇ ਲਈ ਹੈਗਾ ਤੇ ਕਿੱਥੇ ਇਹ ਖਰਚਿਆ ਜਾਂਦਾ ਹੈਗਾ। ਬਿਲਕੁਲ ਤੁਸੀਂ ਆਮ ਸੌਰੀ ਟੂ ਸੇ ਨਹੀਂ ਤੁਸੀਂ ਸਹੀ ਗੱਲ ਕਹਿ ਰਹੇ ਹੋ, ਸਹੀ ਗੱਲ ਕਹਿ ਰਹੇ ਹੋ। ਦੇਖੋ ਜਿਹੜੇ ਅਸੀਂ 2 ਪਿਛਲੀਆਂ ਦਿਨਾਂ ਇਲੈਕਸ਼ਨਾਂ ਦੇ ਵਿੱਚ ਮੈਂ ਇੱਕ ਏਜੰਡੇ 'ਤੇ ਰੱਖਿਆ ਸੀ ਸਬ ਕਮੇਟੀਆਂ ਬਣਾਉਣੀਆਂ, ਠੀਕ ਆ। ਸਬ ਕਮੇਟੀਆਂ ਦਾ ਫਾਇਦਾ ਕੀ ਹੋਣਾ ਸੀ ਕਿ ਜਿਹੜੇ ਲੋਕ ਵਲੰਟੀਅਰ ਤੌਰ ਦੇ ਉੱਤੇ ਜਿਹੜੇ ਪ੍ਰੋਫੈਸ਼ਨਲ ਰਿਟਾਇਰ ਹੋ ਚੁੱਕੇ ਉਹਨਾਂ ਲੋਕਾਂ ਨੂੰ ਅਸੀਂ ਇਨਵੋਲਵ ਕਰਨਾ ਸੀ। ਠੀਕ ਹੈ ਭਾਜੀ, ਬ੍ਰੇਕ ਦਾ ਟਾਈਮ ਹੋਇਆ। ਹਾਂਜੀ, ਤੇ ਬ੍ਰੇਕ ਤੋਂ ਬਾਅਦ ਡਾਕਟਰ ਪ੍ਰਵਿੰਦਰ ਸਿੰਘ ਗਾਚਾ ਟੈਲੀਫੋਨ 'ਤੇ ਆਉਣਗੇ ਅਤੇ ਉਹ ਆਪਣੀ ਗੱਲ ਕੋਈ ਕ੍ਰੋਸ ਐਗਜ਼ਾਮੀਨੇਸ਼ਨ ਕੋਈ ਸਵਾਲ ਨਹੀਂ ਗਾ, ਉਹ ਆਪਣੀ ਗੱਲ ਕਰ ਦੇਣ, ਤੁਸੀਂ ਆਪਣੀ ਗੱਲ ਕਰਨੀ ਆ ਅਤੇ ਤੁਹਾਨੂੰ ਬਾਅਦ ਵਿੱਚ ਫਿਰ ਗੱਲ ਕਰਨ ਦਾ ਮੌਕਾ ਮਿਲੇਗਾ। ਠੀਕ ਹੈ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਛੋਟੀ ਜਿਹੀ ਬ੍ਰੇਕ, ਮਿਲਦੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਜੀ ਪੰਜਾਬੀਆਂ ਦੀ ਆਵਾਜ਼ ਪੰਜਾਬ ਰੇਡੀਓ 'ਤੇ। ਡਾਕਟਰ ਸਾਹਿਬ ਡਾਕਟਰ ਗਰਚਾ ਹੁਣੀ ਮੈਨੂੰ ਲੱਗਦਾ ਫੋਨ 'ਤੇ ਬਿਜ਼ੀ ਹੈਗੇ। ਮੈਂ ਉਹਨਾਂ ਨੂੰ ਮੈਸੇਜ ਭੇਜਿਆ ਸੀਗਾ, ਪਹਿਲਾਂ ਕਿਹਾ ਸੀ ਕਿ ਮੈਂ 25 'ਤੇ ਉਹਨਾਂ ਨੂੰ ਮੈਸੇਜ ਕਰੂੰਗਾ ਅਤੇ ਉਹ ਟੈਲੀਫੋਨ 'ਤੇ ਆ ਜਾਣ। ਅਤੇ ਅਗਰ ਤੁਸੀਂ ਸੁਣਦੇ ਆ ਤਾਂ ਪਲੀਜ਼ ਆ ਜਾਓ। ਅਤੇ ਮੈਨੂੰ ਲੱਗਦਾ ਆ ਹੀ ਗਏ ਹੈਗੇ ਆ। ਪੰਜਾਬ ਰੇਡੀਓ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਵਿੰਦਰ ਗੱਲ ਕਰ ਰਿਹਾ। ਹਾਂਜੀ ਗਰਚਾ ਸਾਹਿਬ, ਕਿੱਦਾਂ ਜੀ? ਠੀਕ ਹੈ। ਮੈਂ ਕਿਹਾ ਪਤਾ ਨਹੀਂ ਕਿੱਥੇ ਚੱਲ ਗਏ। ਨਹੀਂ, I'm sorry. There was difficulty in getting through, I think. Okay. Went through the wrong number. Chalo, you're through now. No. Okay. I thought what you were giving me a sort of carte blanche because you got Mr. Mully here for all the program, है ना? But anyway, no worries. नहीं. देखो ਗੱਲ ਇਹ ਹੈ ਨਾ ਕਿ ਉਹਨੇ ਗੱਲ ਕਰ ਲਈ ਹੈਗੀ ਆ ਤੇ ਤੁਸੀਂ ਵੀ ਭਾਜੀ ਏਦਾਂ ਨਹੀਂ ਕਦੇ ਨਾ ਕਿਹੋ ਕਿ ਪੰਜਾਬ ਰੇਡੀਓ ਨਾ ਕਦੇ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰਦਾ ਹੈਗਾ ਕਿ ਤੁਹਾਨੂੰ ਨਹੀਂ ਮੈਂ ਮਿਸਅੰਡਰਸਟੈਂਡ ਕੀਤਾ। ਓਕੇ ਦੈਟਸ ਨਾਟ ਅ ਪ੍ਰੋਬਲਮ। ਹਾਂਜੀ ਠੀਕ ਆ। ਓਕੇ ਜੀ, ਹੁਣ ਤੁਸੀਂ ਮੱਲੀ ਸਾਹਿਬ ਉਹਨਾਂ ਦੀ ਗੱਲ ਸੁਣੀ ਹੈਗੀ ਆ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੈਗੇ ਆ? ਅੱਛਾ ਦੇਖੋ ਜੀ, ਮੈਂ ਲਾਈਵ ਹੈਗਾ ਹੁਣ ਰੇਡੀਓ ਤੇ। ਤੁਸੀਂ ਇਸ ਵੇਲੇ ਲਾਈਵ ਹੈਗੇ ਆ। ਓਕੇ ਡਾਕਟਰ ਸਾਹਿਬ, ਜਿਹੜੀ ਵਰਡਿੰਗ ਹੈਗੀ ਆ ਨਾ ਪਹਿਲਾਂ ਮੈਨੂੰ ਫਤਿਹ ਬੁਲਾ ਲੈਣ ਦਿਓ ਜੀ। ਠੀਕ ਹੈ ਜੀ। ਸੌਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਸੁਰਜੀਤ ਜੀ, ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਤੇ ਜੀ ਆਇਆਂ ਕਹਿੰਦਾ ਸੰਗਤਾਂ ਨੂੰ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਥੋੜ੍ਹੇ ਜਿਹੇ ਵਿਊਜ਼ ਐਕਸਪ੍ਰੈਸ ਕਰਨੇ। ਤੁਹਾਡੀ ਬੇਨਤੀ ਹੋਈ ਸੀ ਵੀ ਮੈਂ ਆ ਕੇ ਆਪਣੇ ਤਰਫੋਂ ਐਜ਼ ਐਨ ਇੰਡੀਵਿਜੂਅਲ ਤੌਰ ਐਜ਼ ਏ ਕਮੇਟੀ ਮੈਂਬਰ, ਆਮ ਨੋਟ ਸਪੀਕਿੰਗ, ਮੈਂ ਸਭਾ ਦੇ ਬਿਹਾਫ ਤੇ ਨਹੀਂ ਗੱਲ ਕਰ ਰਿਹਾ, ਮੈਂ ਕਮੇਟੀ ਮੈਂਬਰ ਹਾਂ। ਯੈਸ, ਮੈਂ ਇੱਕ ਗਰੁੱਪ 'ਚ ਬਿਲੋਂਗ ਕਰਦਾ, ਪਰ ਹਲੇ ਅਸੀਂ ਕੋਈ ਗਰੁੱਪਿਜ਼ਮ ਦੀ ਕੋਈ ਗੱਲ ਨਹੀਂ ਸੀ ਕੀਤੀ। ਪਰ ਜਿਹੜੇ ਕਹਿ ਰਹੇ ਹੈਗੇ ਆ ਵੀ ਮੱਲੀ ਸਾਹਿਬ ਕਹਿ ਰਹੇ ਆ ਵੀ ਅਸੀਂ ਤੁਸੀਂ ਐਂ ਕਰਦੇ ਹੋ ਜਾਂ ਐਂ ਕਰਦੇ ਹੋ, ਉਹਦੇ ਵਿੱਚ ਕਈ ਸ਼ੰਕੇ ਜਿਹੜੇ ਹੈਗੇ ਆ
ਉਹ ਮੈਂ ਦੂਰ ਕਰਨਾ ਚਾਹੁੰਦਾ। ਹਾਂ, ਵੈਸੇ ਉਹਨੇ ਕਿਸੇ ਪਾਰਟੀਆਂ ਦੇ ਨਾਂ ਲਏ ਸੀ, ਕਿਸੇ ਇੰਡੀਵਿਜੂਅਲ ਦਾ ਨਾਂ ਨਹੀਂ ਸੀ ਉਹਨੇ। ਨਹੀਂ, ਮੈਂ ਮੰਨਦਾ ਤੁਹਾਡੀ ਗੱਲ, ਪਰ ਮੈਂ ਇੰਡੀਵਿਜੂਅਲ ਦੀ ਕੋਈ ਗੱਲ ਨਹੀਂ ਕਰਦਾ। ਦੇਖੋ ਵੀਰ ਜੀ, ਇੱਕ ਗੱਲ ਹੈਗੀ ਹੈ ਵੀ ਜੇ ਆਪਾਂ ਦੇਖਿਆ ਜਾਵੇ, ਆਪਾਂ ਕਹਿ ਸਕਦੇ ਹਾਂ ਵੀ ਇਹ ਸਾਰੇ ਕਮੇਟੀ ਦਾ ਫੇਲੀਅਰ ਹੈਗਾ ਵੀ ਜਿਹੜੀਆਂ ਕੌਂਸਟੀਟਿਊਸ਼ਨਲ ਚੇਂਜਸ ਜਿਹੜੇ ਮਿਸਟਰ ਮੱਲੀ ਕਹਿ ਰਹੇ ਹੈਗੇ ਆ ਵੀ ਨਹੀਂ ਆਈਆਂ ਹਾਲੇ ਤੱਕ, ਹਾਂਜੀ, ਤੇ ਉਹ ਆਪਾਂ ਨਹੀਂ ਲਿਆ ਸਕੇ, ਅੱਗੇ ਨਹੀਂ ਲਿਆ ਸਕੇ। ਹਾਂਜੀ, ਹਾਂ, ਕਿਉਂਕਿ ਉਹ ਤੁਸੀਂ ਉਹਨੇ ਜਿਹੜੀ ਗੱਲ ਕਹੀ ਸੀ ਨਾ, ਉਹ ਤੁਸੀਂ ਵੀ ਸੁਣੀ ਸੀ, ਮੈਂ ਵੀ ਸੁਣੀ ਸੀਗੀ ਕਿ ਉਹਨਾਂ ਨੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਲੇਕਿਨ ਜਿਹੜੇ ਇਨਫ ਮੈਂਬਰ ਸੀਗੇ ਉਹਨਾਂ ਨੇ ਨਹੀਂ ਪਾਸ ਕਰਨ ਦਿੱਤੀ। ਨਹੀਂ, ਪਰ ਸੁਰਜੀਤ ਜੀ, ਮੈਨੂੰ ਇਹੀ ਤਾਂ ਬਹੁਤ ਹੈਰਾਨਗੀ ਦੀ ਗੱਲ ਹੋ ਰਹੀ ਹੈ। ਦੇਖੋ, ਸਿੰਪਲ ਗੱਲ ਹੈਗੀ ਹੈ ਜੀ, 2014 ਮੈਨੀਫੈਸਟੋਸ ਦੇ, ਹਾਂਜੀ, ਮਿਸਟਰ ਮੱਲੀ ਲੀਡਰ ਸੀਗੇ ਗਰੁੱਪਸ ਤੇ, ਉਹਨਾਂ ਨੇ ਕਿਹਾ ਵੀ ਅਸੀਂ ਆਹ ਜਿਹੜੀਆਂ ਚੀਜ਼ਾਂ ਹੈਗੀਆਂ, ਫੈਸਿਲਿਟੀਜ਼, ਲੰਗਰ, ਲਾਇਬ੍ਰੇਰੀ, ਹੋਰ ਚੀਜ਼ਾਂ ਤਾਂ ਕਰਨ ਦੇ, ਜਿਹੜਾ ਜਿਮ ਦਾ ਉਹ ਵੀ ਕਰਾਂਗੇ, ਉਹ ਵੀ ਆਪਾਂ ਲੈ ਕੇ ਆਵਾਂਗੇ। ਪਰ ਇਹਨਾਂ ਨੇ ਸਪੈਸ਼ਲੀ ਕਿਹਾ ਸੀਗਾ ਵੀ ਜਿਹੜੀਆਂ ਕਮੀਆਂ ਹੈਗੀਆਂ ਨੇ ਕੌਂਸਟੀਟਿਊਸ਼ਨ ਦੇ ਵਿੱਚ, ਉਹਦੇ ਵਿੱਚ ਕੌਂਸਟੀਟਿਊਸ਼ਨਲ ਸਬ ਕਮੇਟੀ ਉਹ ਕਿਹਾ ਕਿ ਅਸੀਂ ਪ੍ਰਪੋਜ਼ਲਸ ਕਰਾਂਗੇ। ਹਾਂਜੀ, ਉਹ ਨਹੀਂ ਲਿਆਂਦੀਆਂ ਗਈਆਂ। ਇਹ ਹੈਗੇ ਲੀਡਰ, ਸੋ ਜਿਵੇਂ ਕਹਿੰਦੇ ਵੀ ਮੁੱਖ ਸੇਵਾਦਾਰ ਹੈਗੇ ਆ, ਇਹਨਾਂ ਦੀ ਮੈਂ ਕਹਿੰਦਾ, ਜਿੱਥੇ ਤੱਕ ਮੈਂ ਕਹਿ ਰਿਹਾ ਵੀ ਇਹ ਕਹਿ ਸਕਦੇ ਵੀ ਮੇਰੀ ਜ਼ਿੰਮੇਵਾਰੀ ਨਹੀਂ ਸੀਗੀ ਜਾਂ ਹੋਰ, ਪਰ ਮੈਂ ਕੋਈ ਕੰਕਰੀਟ ਪ੍ਰਪੋਜ਼ਲਸ ਜਿਹੜੇ ਕਿ ਨਾ ਉਹ ਅੱਗੇ ਲਿਆਉਣ ਵਾਸਤੇ ਨਹੀਂ ਦੇਖੇ। ਮੈਂ ਕਮੇਟੀ 'ਚ ਰਿਹਾ ਨੀਲੀ 5 ਸਾਲ ਹੋ ਗਏ। ਹਾਂਜੀ, ਨਾ ਹੁਣ ਜਦੋਂ ਇਲੈਕਸ਼ਨ ਹੋ ਗਿਆ, ਜਿਹੜੀ ਕੌਂਸਟੀਟਿਊਸ਼ਨ ਦੀ ਗੱਲ ਹੈਗੀ ਹੈ ਵੀ ਦੇਖੋ, ਤੁਹਾਡਾ ਪੰਜਾਬ ਰੇਡੀਓ, ਤੁਹਾਡੀ ਵੀ ਵਿਧਾਨ ਹੈਗੀ ਆ, ਤੁਹਾਡੀ ਵੀ ਕੌਂਸਟੀਟਿਊਸ਼ਨ ਹੈਗੀ ਆ, ਤੁਹਾਨੂੰ ਵੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ, ਉਹਦੇ ਵਾਸਤੇ ਅਬਾਈਡ ਕਰਨਾ। ਸੋ ਮੈਨੂੰ ਇੱਕ ਪੁਆਇੰਟ ਕਲੀਅਰ ਕਰ ਲੈਣ ਦਿਓ, ਇਹ ਜਿਹੜੀ ਕੌਂਸਟੀਟਿਊਸ਼ਨ ਸਭਾ ਦਾ ਜਿਹੜਾ ਵਿਧਾਨ ਹੈ, ਇਹ ਚੇਂਜ ਕੀਤਾ ਗਿਆ ਸੀਗਾ ਲਾਸਟ ਟਾਈਮ ਇਨ 2010। ਉਦੋਂ ਮਿਸਟਰ ਮੱਲੀ ਲੀਡਰ ਸੀਗੇ ਗਰੁੱਪ ਦੇ, ਤੇ ਇਹ ਪਾਸ ਕੀਤਾ ਗਿਆ ਸੀ ਇਹ ਕੌਂਸਟੀਟਿਊਸ਼ਨ, ਜਿਹਦੇ ਵਿੱਚ ਆਹ ਕਲੋਜ਼ਸ ਹੈਗੇ ਨੇ, ਤੇ ਜਿਹੜੀ ਮੈਂਬਰਸ਼ਿਪ ਤੇ ਇਲੈਕਸ਼ਨ ਕਮੇਟੀ, ਉਹਨਾਂ ਨੂੰ ਵੀ ਇਹ ਕਲੋਜ਼ ਫੋਲੋ ਕਰਨਾ ਪੈਂਦਾ ਐਜ਼ ਪਰ ਦ ਕੌਂਸਟੀਟਿਊਸ਼ਨ। ਜਿਹੜੇ ਪਾਸਪੋਰਟ ਚੈੱਕ ਸੀ, ਇਹ ਵੀ 2011 ਦੇ ਵਿੱਚ ਇਹ ਗਰੁੱਪ ਨੇ ਚੈੱਕ ਕੀਤਾ। ਸੋ ਦੇਅਰਫੋਰ ਉਹ ਮੈਂ ਕਹਿ ਰਿਹਾ ਹੈਗਾ ਵੀ ਇਹ ਕਈ ਵਾਰੀ ਸਮਝ ਨਹੀਂ ਆਉਂਦਾ, ਤੇ ਮੈਨੂੰ ਲੱਗਦਾ ਵੀ ਇਹ ਕਨਫਿਊਜ਼ਨ ਜਾਂ ਮਿਸਅੰਡਰਸਟੈਂਡਿੰਗ ਹੋ ਸਕਦੀ ਹੈ, ਐਟ ਦ ਵਰਸਟ ਘਮਰਾਓ ਹੋ ਸਕਦਾ ਆਪਣੇ ਜਿਹੜੇ ਮੈਂਬਰ ਹੈਗੇ ਆ। ਸੋ ਮੇਰਾ ਤਾਂ ਕੁਐਸਚਨ ਇਹ ਹੈਗਾ ਵੀ 2010 ਦੇ ਵਿੱਚ ਇਹ ਕੌਂਸਟੀਟਿਊਸ਼ਨ ਪਾਇਆ ਹੋਈ ਆ, 2014 ਦੇ ਵਿੱਚ ਮਿਸਟਰ ਮੱਲੀ ਤੇ ਇਹਨਾਂ ਦੇ ਲੀਡਰ ਦੇ ਗਰੁੱਪ ਕਿਹਾ ਵੀ ਇਹਦੇ ਵਿੱਚ ਕੌਂਸਟੀਟਿਊਸ਼ਨਲ ਚੇਂਜਸ ਦੀ ਲੋੜ ਆ, ਅਸੀਂ ਲਿਆਵਾਂਗੇ, ਅਸੀਂ ਸਬ ਕਮੇਟੀਜ਼ ਫਾਰਮ ਕਰਾਂਗੇ। 2014 to 17 ਇੱਕ ਥੋੜੇ ਜਿਹੇ ਇੰਟਰੋਡਕਸ਼ਨ ਵੀ ਕੀਤੀ ਸੀਗੀ, ਬਟ ਦੈਨ ਦੇ ਵਿਥਡਰੋ them back, ਉਹ ਨਹੀਂ ਸੀ ਲੈ ਕੇ ਗਏ। ਜਿਹੜੀਆਂ ਚੀਜ਼ਾਂ ਪਾਸ ਹੋਈ ਸੀਗੀਆਂ, ਜਿਹੜੀ ਯੂਰਪੀਅਨ ਦੀ ਗੱਲ ਕਰਦੇ ਸੀਗੇ, ਉਹ ਲਾਸਟ ਟਾਈਮ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਈ ਸੱਜਣਾ ਨੇ ਰੋਸ ਕੀਤੀ ਸੀਗੀ ਵੀ ਇਹ ਜਨਰਲ ਬੋਡੀ 'ਚ ਪਾਸ ਹੋਇਆ ਸੀਗਾ ਵੀ ਇਹ ਗਰੁੱਪ ਨਹੀਂ ਅਲਾਉਡ ਹੋਣਗੇ, ਪਰ ਦੈਨ ਮੈਂਬਰਸ਼ਿਪ ਇਲੈਕਸ਼ਨ ਕਮੇਟੀ ਓਵਰ ਰੂਲ ਕਰਕੇ ਇਹ ਪਾਸ ਹੋਇਆ ਸੀਗਾ। ਕਈਆਂ ਨੂੰ ਰੋਸ ਸੀਗਾ, ਬਟ ਇਟ ਡਜ਼ਨਟ ਮੈਟਰ। ਹੁਣ ਉਹ ਜਿਹੜਾ ਚੀਜ਼ ਹੈਗੀ ਆ ਉਹ ਅਰਾਈਜ਼ ਨਹੀਂ ਹੁੰਦੀ। ਕਿਉਂ? ਬਿਕਾਜ਼ ਆਪਾਂ ਬ੍ਰੈਗਜ਼ਿਟ ਹੋ ਗਿਆ। ਦੂਸਰੀ ਚੀਜ਼ ਹੈਗੀ ਆ, ਕਈਆਂ ਨੂੰ ਸਮਝ ਨਹੀਂ ਆਉਂਦੀ ਵੀ ਇੱਕ ਚੀਜ਼ ਹੈਗੀ ਵੀ ਪਰਮਾਨੈਂਟ ਦਾ ਕੀ ਮਤਲਬ ਹੈਗਾ, ਹੈ ਨਾ ਜੀ। ਇੱਕ ਹੈਗਾ, ਆਪਾਂ ਥੋੜੇ ਜਿਹੇ ਸੋਚੀਏ ਵੀ ਜਿੱਥੇ ਤੱਕ ਮੇਰੀ ਸਮਝ ਹੈਗੀ ਹੈ ਤੇ ਮੈਨੂੰ ਸਮਝਾਇਆ ਹੋਰਾਂ ਤੋਂ ਸਲਾਹ ਲੈ ਕੇ, ਜਿਹੜਾ ਆਰਡੀਨਰੀ ਰੈਜ਼ੀਡੈਂਟ ਹੁੰਦਾ ਨਾ ਪਰਸਨ ਇੱਥੇ ਫੋਰ NHS ਜਾਂ ਹੋਰ ਕਈ ਚੀਜ਼ਾਂ ਵਾਸਤੇ, ਉਹ 6 months and more ਹੁੰਦਾ। ਉਹ ਫਿਰ ਜਿਹੜੇ ਦੂਸਰੇ ਕਈ ਵਾਰੀ ਹੁੰਦੇ, ਉਹਨਾਂ ਤੇ ਕੰਡੀਸ਼ਨਸ ਹੁੰਦੇ ਤੇ ਯੂ ਹੈਵ ਟੂ ਸੇ 3 or 5 years ਜਿੰਨਾ ਚਿਰ ਤੁਸੀਂ ਬੈਨੀਫਿਟ ਲੈ ਸਕਦੇ ਹੋ, ਰਾਈਟ। ਇਹ ਵੀ ਹੁੰਦਾ। ਨਾਓ ਆਪਾਂ ਪਰਮਾਨੈਂਟ ਦੇ ਵਿੱਚ ਇਹੀ ਇੰਟਰਪ੍ਰੀਟ ਕਿਹਾ ਸੀਗਾ ਵੀ ਜਿਹੜੇ ਮੈਂਬਰਸ਼ਿਪ ਇਲੈਕਸ਼ਨ ਕਮੇਟੀ ਵੀ ਜਿਨ੍ਹਾਂ ਦੀ ਪਰਮਾਨੈਂਟ ਰੈਜ਼ੀਡੈਂਸ ਹੈ, ਤਾਂ ਉਹਦੇ ਵਿੱਚ ਕੋਈ ਵੀ ਕੰਡੀਸ਼ਨ ਨਹੀਂ ਹੈਗੀ। ਤੇ ਤੁਹਾਨੂੰ ਪਤਾ ਪੁਰਾਣੇ ਪਾਸਪੋਰਟਾਂ 'ਚ ਇਹੀ ਹੁੰਦਾ ਸੀਗਾ, indefinite leave to remain stamp, ਉਹ ਸਰਕਾਰ ਦੀ ਹੁੰਦੀ ਸੀ, ਹੋਮ ਆਫਿਸ ਦੀ ਹੁੰਦੀ ਸੀ, ਹਾਂਜੀ, ਰਾਈਟ। ਇਟ ਡਜ਼ਨਟ ਮੈਟਰ ਵੈਦਰ ਤੁਸੀਂ ਇੰਡੀਆ ਤੋਂ ਹੈਗੇ ਹੋ, ਕੈਨੇਡਾ ਤੋਂ ਹੈਗੇ ਹੋ, ਜਾਂ ਟਿੰਬਕਟੂ ਤੋਂ ਹੈਗੇ ਹੋ, ਜਿੰਨਾ ਚਿਰ ਤੁਹਾਡੀ ਸਟੈਂਪ ਹੈਗੀ ਇਹ ਹੈਗੀ ਆ। ਸੋ ਮੈਨੂੰ ਇਹ ਥੋੜ੍ਹਾ ਗੱਲ ਸਮਝ ਨਹੀਂ ਆਉਂਦੀ ਵੀ ਮਿਸਟਰ ਮੱਲੀ ਇੱਕ ਪਾਸੇ ਕਹਿੰਦੇ ਹੈਗਾ, ਪਰ ਇਹ ਮੁੱਢੀ ਸੀਗੇ, ਹੀ ਵਾਜ਼ ਦ ਹੈਡ ਆਫ ਦ ਕਮੇਟੀ ਜਦੋਂ ਇਹ ਲਾਸਟ ਕੌਂਸਟੀਟਿਊਸ਼ਨਲ ਚੇਂਜਸ ਹੋਈਆਂ ਨੇ। ਨਾਓ 2014 ਦੇ ਵਿੱਚ ਇਹਨਾਂ ਨੇ ਕਿਹਾ ਹੀ ਵਾਜ਼ ਦ ਹੈਡ, ਕਹਿੰਦੇ ਅਸੀਂ ਫੇਰ ਕਰਾਂਗੇ ਕੌਂਸਟੀਟਿਊਸ਼ਨ, ਨਹੀਂ ਹੋਈ। 2017 ਦੇ ਵਿੱਚ ਇਹਨਾਂ ਦੇ ਮੈਨੀਫੈਸਟੋ 'ਚ ਹੈਗਾ, ਇਹ ਪੜ੍ਹਾ ਵੀ ਦੇਣਗੇ, ਦੱਸ ਵੀ ਦੇਣਗੇ ਵੀ ਅਸੀਂ ਆਹ ਸਬ ਕਮੇਟੀ ਫਾਰਮ ਕਿਹਾ। ਮੈਨੂੰ ਇਹ ਸਮਝ ਨਹੀਂ ਆਉਂਦੀ, ਤੁਸੀਂ ਕਹਿੰਦੇ ਵੀ ਇਹ ਆਲਵੇਜ਼ ਕਹਿੰਦੇ ਸੱਚ, ਇਹਨਾਂ ਨੇ ਵਰਡ ਯੂਜ਼ ਕੀਤਾ ਵੀ ਸੱਚ ਮਾਈਨੋਰਿਟੀ 'ਚ ਹੁੰਦਾ, ਮਾਫ ਕਰਨਾ। ਸੋ ਇਹਨਾਂ ਦੀ ਕਮੇਟੀ ਦੇ ਵਿੱਚ ਜਿਹੜੇ ਇਹਨਾਂ ਦੇ ਗਰੁੱਪ ਸੀਗੇ ਲਾਸਟ 2017, ਜਿਵੇਂ ਸੰਗਤਾਂ ਦਾ ਫਰਮਾਨ ਸੀਗਾ, ਇਹਨਾਂ ਦੇ ਗਰੁੱਪ ਦੇ ਮੈਂਬਰ ਸੀਗੇ 15,
15 ਸਾਡੇ ਗਰੁੱਪ ਦੇ ਸੀਗੇ 6 ਸੋ ਅਸੀਂ ਸੀਗੇ ਮਾਈਨੋਰਿਟੀ ਸੋ ਦੈਟ ਮੀਨਸ ਉਹਦੇ ਨਾਲ ਅਸੀਂ ਮਾਈਨੋਰਿਟੀ ਅਸੀਂ ਸੱਚ ਬੋਲਦੇ ਹਾਂ ਜਿਹੜਾ ਇਹ ਰੂਲ ਮੱਲੀ ਸਾਹਿਬ ਕਰ ਰਿਹਾ ਤੇ ਜਿਹੜਾ ਇਹਨਾਂ ਦਾ ਗਰੁੱਪ ਆ ਨਹੀਂ ਗਾਚਾ ਸਾਹਿਬ ਤੁਸੀਂ ਕਿਸੇ ਹੋਰ ਪਾਸੇ ਨੂੰ ਉਹ ਇਸ ਮਾਈਨੋਰਿਟੀ ਦੀ ਨਹੀਂ ਸੀ ਗੱਲ ਕਰਦੇ ਸੱਚ ਦੀ ਕਿ ਕਹਿੰਦੇ ਸੱਚ ਨੂੰ ਦਬਾਇਆ ਜਾਂਦਾ ਹੈਗਾ ਪਰ ਐਂਡ ਤੇ ਜਾ ਕੇ ਜਿਹੜਾ ਸੱਚ ਹੀ ਨਿੱਤਰਦਾ ਹੈਗਾ ਉਹ ਸੌਰੀ ਮੈਂ ਉਹਨਾਂ ਦੀ ਸਾਈਡ ਨਹੀਂ ਲੈ ਰਿਹਾ ਪਰ ਜਿਹਨੀ ਉਹਨੇ ਨੇ ਗੱਲ ਕੀਤੀ ਸੀ ਨਾ ਇਹ ਕਿ ਸੱਚ ਦੀ ਗੱਲ ਕੀਤੀ ਸੀ ਉਹ ਮੈਂਬਰਾਂ ਵੱਲੋਂ ਨਹੀਂ ਸੀ ਕੀਤੀ ਕਿ ਜਿਹਦੇ ਵੀ ਉਹਨਾਂ ਦੇ ਘੱਟ ਮੈਂਬਰ ਜਿਹੜੇ ਸੀ ਉਹਨਾਂ ਦੀ ਸੱਚ ਸੀਗੀ ਚਲੋ ਜਿਹੜੀ ਕਮੇਟੀ ਦੀ ਗੱਲ ਹੁੰਦੀ ਆ ਦੇਖੋ ਇਹਨਾਂ ਨੇ ਐਨ ਪਲੇਨ ਜਿਹੜੇ ਕਰਦੇ ਹੈਗੇ ਸੋ ਦੂਸਰੀ ਗੱਲ ਇਹ ਹੈਗੀ ਵੀ ਕਿਸੇ ਨੂੰ ਕੋਈ ਰੁਕਾਵਟ ਨਹੀਂ ਵੀ ਗੁਰਦੁਆਰਾ ਆ ਸਕਦੇ ਸੇਵਾ ਕਰ ਸਕਦੇ ਆ ਜਾਂ ਮੈਂਬਰ ਕਰ ਸਕਦੇ ਆ ਜਾਂ ਹੋਰ ਨਹੀਂ ਕਰ ਸਕਦੇ ਸੇਵਾ ਦੇ ਵਿੱਚ ਰੁਕਾਵਟ ਕੋਈ ਨਹੀਂ ਇਹ ਜਿਹੜੀ ਹੈਗੀ ਆ ਜਿਵੇਂ ਵਿਧਾਨ ਹੈਗਾ ਜਿਵੇਂ ਤੁਹਾਡਾ ਹੈਗਾ ਵਾ ਵਿਧਾਨ ਆ ਕਨਸਟੀਟਿਊਸ਼ਨ ਦੇਖੋ ਮਿਸਟਰ ਮੱਲੀ ਮੇਰਾ ਖਿਆਲ ਇਹ ਹੋਰ ਵੀ ਚੈਰਿਟੀਜ਼ ਇਨਵੋਲਵਡ ਹੈਗੇ ਆ ਜਿਹਦੇ ਵਿੱਚ ਕੋਈ ਮੈਂਬਰਸ਼ਿਪ ਹੈ ਹੀ ਨਹੀਂ they run it as ਜਿਵੇਂ ਕਿ ਨਾ ਇਕੱਲੇ ਟਰਸਟੀਜ਼ ਹੁੰਦੇ ਆ ਉਹਦੇ ਵਿੱਚ ਕੋਈ ਮੈਂਬਰਸ਼ਿਪ ਨਹੀਂ ਹੈਗੀ ਸੋ ਦੈਟ ਇਜ਼ ਦ ਰੂਲਸ ਆਫ ਦ ਕਨਸਟੀਟਿਊਸ਼ਨ ਪਰ ਮੈਂ ਰੀਅਲੀ ਹੈਰਾਨ ਦੀ ਗੱਲ ਇਹ ਹੈਗੀ ਆ ਇਹਨਾਂ ਨੂੰ 7 ਸਾਲ 8 ਸਾਲ ਹੋ ਗਏ ਨੀਲੀ ਰਾਈਟ ਮੈਂ ਕੋਈ ਕੰਕਰੀਟ ਪ੍ਰਪੋਜ਼ਲ ਜਿਹੜਾ ਜਨਰਲ ਬੋਡੀ ਤੇ ਲੈ ਕੇ ਆਉਣਾ ਚਾਹੀਦਾ ਵੀ ਅਸੀਂ ਕਨਸਟੀਟਿਊਸ਼ਨ ਇਹ ਚੇਂਜ ਕਰਨੀ ਆ ਜਾਂ ਵੀ ਇਹ ਦੱਸਣ ਵੀ ਇਹਨਾਂ ਨੂੰ ਕੀ ਰੁਕਾਵਟ ਰਹੀ ਆ ਵੀ ਜਿਹੜੀ ਕਮੇਟੀ ਪਾਸ ਨਹੀਂ ਕਰਦੀ ਵੀ ਜਿਹੜੀ ਸਬ ਕਮੇਟੀ ਆ ਕਨਸਟੀਟਿਊਸ਼ਨਲ ਚੇਂਜਸ ਕਰਨ ਵਾਸਤੇ ਜਿਹੜੀਆਂ ਇਹ ਚੀਜ਼ਾਂ ਕਹਿੰਦੇ ਨੇ ਵੀ ਉਹ ਕਿਉਂ ਨਹੀਂ ਕਰ ਸਕੇ ਬਿਕਾਜ਼ ਇਹਨਾਂ ਦਾ ਗਰੁੱਪ ਜਿਵੇਂ ਕਹਿ ਸਕਦੇ ਹਾਂ ਜੇ ਆਪਾਂ ਗਰੁੱਪ ਕਹਿ ਸਕਦੇ ਹਾਂ ਮੈਜੋਰਿਟੀ ਅਸੀਂ ਵੀ ਕੋਈ ਕਨਸਟੀਟਿਊਸ਼ਨਲ ਚੇਂਜਸ ਉਹ ਤੇ ਕੋਈ ਵਿਚਾਰ ਨਹੀਂ ਕੀਤਾ ਨਾ ਕਿੰਤੂ ਪ੍ਰੰਤੂ ਕੀਤਾ ਪਰ ਜੇ ਸਾਨੂੰ ਪ੍ਰੈਜ਼ੈਂਟ ਨਾ ਹੋਣ ਜਾਂ ਦਿੱਤੇ ਨਾ ਜਾਣ ਪਾਸ ਕਰਨ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਓਕੇ ਡਾਕਟਰ ਸਾਹਿਬ ਮੈਂ ਤੁਹਾਨੂੰ ਸਵਾਲ ਪੁੱਛਣਾ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਨੰਬਰ 1 ਹੈਗਾ ਠੀਕ ਆ ਤੇ ਉਹਦੇ ਵਿੱਚ ਈ ਹੈਗਾ reside permanently within the London borough of Ealing, Harrow, Hillingdon or Hounslow ਹਾਂਜੀ ਠੀਕ ਆ ਹਾਂਜੀ it says reside permanently ਹਾਂਜੀ where does it say the immigration status ਹਾਂਜੀ ਨਹੀਂ ਦੱਸਾਂ ਕਿ ਉਹ ਜਿਹੜੀ ਪਰਮਨੈਂਸੀ ਆ ਇਹ ਜਿਹੜੀ ਚੈਕਿੰਗ ਹੈਗੀ ਆ ਇਟ ਇਜ਼ ਪ੍ਰੀਸਾਈਸਲੀ ਬਿਕਾਜ਼ ਆਫ ਦੈਟਸ ਵਾਈ ਉਹਦੇ ਵਿੱਚ ਇਹੀ ਚੈਕਿੰਗ ਹੋਈ ਸੀਗੀ 2011 ਦੇ ਵਿੱਚ ਹਨਾ ਜੀ ਹਾਂ ਪਰ ਲੇਕਿਨ ਜਦੋਂ ਤੁਹਾਨੂੰ ਕੋਈ ਪੁੱਛਦਾ ਨਾ ਕਿ ਤੁਹਾਡਾ ਪਰਮਨੈਂਟ ਐਡਰੈਸ ਕੀ ਹੈਗਾ ਹਾਂਜੀ ਠੀਕ ਆ ਉਹਦੇ ਚ ਤੁਹਾਡਾ ਉਹ ਇਮੀਗ੍ਰੇਸ਼ਨ ਸਟੇਟਸ ਨਹੀਂ ਪੁੱਛਦੇ ਮੈਂ ਉਹੀ ਗੱਲ ਤੇ ਆ ਰਿਹਾ ਗਾ ਕਿਉਂਕਿ ਜਿਹੜੀ ਵਰਡਿੰਗ ਆ ਕਨਸਟੀਟਿਊਸ਼ਨ ਦੇ ਵਿੱਚ ਭਾਜੀ ਉਹ ਵਰਡਿੰਗ ਹੀ ਰੋਂਗ ਹੈਗੀ ਇਟ ਸੇਜ਼ reside permanently that means reside permanently residing in a house or residing at an address ਨਹੀਂ ਤੁਹਾਡੀ ਗੱਲ ਮੈਂ ਮੰਨਦਾ ਮੈਂ ਇਹੀ ਤੁਹਾਨੂੰ ਇੰਟਰਪ੍ਰੀਟੇਸ਼ਨ ਇਹੀ ਦੇ ਰਿਹਾ ਹੈਗਾ ਵੀ ਇਹ ਜਿਹੜੀ ਇੰਟਰਪ੍ਰੀਟੇਸ਼ਨ ਇੱਥੇ ਕੀਤੀ ਆ ਫॉर ਸਭਾ ਦੀ ਹਨਾ ਜੀ is on that permanent residency ਮੈਂ ਤੁਹਾਡੀ ਮਨ ਦਾ ਗੱਲ ਹੈਗੀ ਆ ਬਿਕਾਜ਼ ਇਹ ਤਾਂ ਪੁੱਛਣਾ ਚਾਹੀਦਾ ਵੀ ਜਦੋਂ 2010 ਇਹਨਾਂ ਨੇ ਇਹ ਮਿਸਟਰ ਮੱਲੀ ਹੋਣਾ ਨੇ ਤੇ ਇਹਨਾਂ ਦੇ ਗਰੁੱਪ ਨੇ ਇਹ ਪਾਸ ਕੀਤਾ ਮੈਂ ਕਹਿ ਰਿਹਾ ਵੀ ਇਹਦੇ ਵਿੱਚ ਕੈਨ ਬੀ ਓਪਨ ਟੂ ਮਿਸ ਇੰਟਰਪ੍ਰੀਟੇਸ਼ਨ ਜਿਹੜੀ ਫਿਰ 2011 ਦੇ ਵਿੱਚ ਇੰਟਰਪ੍ਰੀਟੇਸ਼ਨ ਇਹ ਕੀਤੀ ਗਈ ਸੀ ਵਾਸ ਪ੍ਰੀਸਾਈਸਲੀ ਦੈਟ ਔਨ ਪਰਮਨੈਂਸੀ ਐਂਡ ਚੈਕਿੰਗ ਆਫ ਦਾ ਪਾਸਪੋਰਟ ਸੋ ਮੈਂ ਇਹ ਕਹਿ ਰਿਹਾ ਵੀ ਇਹ ਪ੍ਰੈਸੀਡੈਂਸ ਇਹਨਾਂ ਨੇ ਇਸਟੈਬਲਿਸ਼ ਕੀਤਾ ਐਟ ਦੈਟ ਟਾਈਮ and that is what I'm saying so this is ਮੇਰੀ understanding ਵੀ ਜਿਹੜੀ ਇਹ ਇਹਨਾਂ ਨੇ ਕੀਤਾ ਹੈਗਾ that was precisely that so ਅਸੀਂ ਉਹੀ ਫੋਲੋ ਕਰਦੇ ਹਾਂ ਸੋ ਜੇ ਕਹਿੰਦੇ ਸੀ ਵੀ ਚੇਂਜ ਕਰਨਾ ਹੈਗਾ the changing of that is precisely that because ਜਿਹੜੀ permanent residence ਜਿਹੜੀ ਆਪਾਂ ਕਰਦੇ ਹੈਗੇ ਆ ਇੱਕ ਪਾਸੇ ਰਹਿਣ ਕੇ ਤੁਸੀਂ ਕਹਿ ਦੋ ਵੀ ਮੈਂ ਲਾਸਟ ਵੀਕ ਆਇਆ ਡਾਕਟਰ ਸਾਹਿਬ there is a difference between permanent residence and reside permanently there's a big difference ਦੋਨਾਂ ਦਾ ਨਾ reside permanently or permanent residence ਜੇ ਤੁਸੀਂ ਜੇ ਕੋਈ ਕਹਿੰਦਾ ਕਿ permanent residence ਹੈਗਾ ਨਾ ਉਹ ਹੈਗਾ ਕਿ ਤੁਹਾਡੀ ਇਮੀਗ੍ਰੇਸ਼ਨ ਸਟੇਟਸ ਵੱਲ ਚੱਲ ਜਾਂਦਾ ਜੇ ਤੁਸੀਂ ਕਹਿੰਦੇ reside permanently ਉਹਦੇ ਨਾਲ ਇਮੀਗ੍ਰੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਲੱਗਦਾ ਜਿਹੜੀ ਮੇਰੀ ਇੰਟਰਪ੍ਰੀਟੇਸ਼ਨ ਹੈ Okay, that's your interpretation. ਮੈਂ ਇਹੀ ਕਹਿ ਰਿਹਾ ਵੀ ਜਿਹੜੀ permanency ਦੀ thing was that ਉਹੀ was interpreted in 2011 ਇਹਦੇ ਨਾਲ along those lines. So that was the way the interpretation was done.
ਚਲੋ ਡਾਕਟਰ ਸਾਹਿਬ ਮੈਂ ਇੱਕ ਗੱਲ ਕਹੂੰਗਾ ਕਿ ਚਲੋ ਜਿਹਦੀ ਮਰਜ਼ੀ ਗਲਤੀ ਹੈਗੀ, ਜਿਹਨੇ ਮਰਜ਼ੀ ਚੇਂਜਿਸ ਨਹੀਂ ਕੀਤੀਆਂ ਜਾਂ ਨਹੀਂ ਕੀਤੀਆਂ ਹੈਗੀਆਂ, ਪਰ ਲੇਕਿਨ ਗੱਲ ਤਾਂ ਇਹ ਆ ਨਾ ਕਿ ਜਿਹੜਾ ਸੰਗਤ ਦਾ ਪੈਸਾ ਆ ਉਹ ਲੱਗਣ ਦੀ ਥਾਂ ਤਾਂ ਹੋ ਗਈ ਆ ਨਾ। ਹੁਣ ਮੱਲੀ ਸਾਹਿਬ ਨੇ ਕਿਹਾ ਸੀਗਾ ਕਿ 70-80 ਹਜ਼ਾਰ ਪਾਉਂਡ ਲੱਗ ਜਾਣਾ ਹੈਗਾ, ਤੇ ਉਹ ਤਾਂ ਸੰਗਤ ਦਾ ਪੈਸਾ ਬਰਬਾਦ ਹੋ ਰਿਹਾ ਨਾ ਆਪਣੀਆਂ ਹੈਂਕੜਾਂ ਲਈ। ਨਹੀਂ ਦੇਖੋ ਅਸੀਂ ਜਿਹੜੀ ਕਿ ਨਾ ਇੰਟਰਪ੍ਰੀਟੇਸ਼ਨ ਜਿਹੜੀ ਕੀਤੀ ਹੈ ਉਹ ਕੀਤੀ ਹੈ ਮੈਂਬਰਸ਼ਿਪ ਇਲੈਕਸ਼ਨ ਕਮੇਟੀ। ਉਹਦੇ ਵਿੱਚ ਸਾਡਾ ਕੋਈ ਇੰਨਾ ਵੇਰਵਾ ਨਹੀਂ ਹੈਗਾ। ਉਹਦੇ ਵਿੱਚ ਲੀਗਲ ਰਿਪਰੈਜ਼ੈਂਟੇਟਿਵ ਤਾਂ ਹੀ ਪਾਇਆ ਟੂ ਮੇਕ ਸ਼ੋਰ ਜਿਹੜੀ ਇੰਟਰਪ੍ਰੀਟੇਸ਼ਨ ਆ ਉਹ ਹੈਗੀ ਆ, ਹੈ ਨਾ ਜੀ। ਪਰ ਇਹ ਜਿਹੜੀ ਇੰਟਰਪ੍ਰੀਟੇਸ਼ਨ ਆ ਤੁਸੀਂ ਕਿਹਾ ਕਿ ਇਲੈਕਸ਼ਨ ਕਮੇਟੀ ਨੇ ਕੀਤੀ ਹੈਗੀ ਆ, ਪਰ ਲੇਕਿਨ ਇਹ ਨਹੀਂ ਕਿ ਕੋਈ ਥਰਡ ਪਾਰਟੀ ਕਰਦੀ ਜਿਹੜੀ ਕਿ ਇਹਦੇ 'ਚ ਸਿੰਘ ਸਭਾ ਦੇ ਵਿੱਚ ਇਨਵੋਲਵ ਹੀ ਨਹੀਂ ਸੀ ਕਿਸੇ ਪਾਸਿਓਂ, ਬਿਕਾਜ਼ ਉਹੀ ਜਿਹੜੀ ਆ ਨਿਰਪੱਖ ਹੋ ਸਕਦੀ ਆ ਨਾ ਇੰਟਰਪ੍ਰੀਟੇਸ਼ਨ। ਨਹੀਂ ਦੇਖੋ ਇੰਟਰਪ੍ਰੀਟੇਸ਼ਨ ਤਾਂ ਇਹੀ ਹੈਗੀ ਆ ਵੀ ਪਹਿਲਾਂ ਜਦੋਂ ਇੰਟਰਪ੍ਰੀਟੇਸ਼ਨ ਐਵੇਂ ਕੀਤੀ ਹੈਗੀ ਆ ਇਹਨਾਂ ਨੇ, ਇਹ ਚੱਲਦੇ ਆਏ ਤੇ ਐਵੇਂ ਚੱਲਦੇ ਆਏ। 2014 ਦੇ ਇਲੈਕਸ਼ਨ 'ਚ ਵੀ ਇਹੀ ਸੀਗਾ। 2017 'ਚ ਤੁਸੀਂ ਦੇਖੋ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਯੂਰੋਪੀਅਨ ਦੇ ਉਹਦੇ ਨਾਲ ਵੀ ਉਹੀ ਇਸ਼ੂ ਹੋਇਆ ਸੀਗਾ। ਆਈ ਐਮ ਫੋਲੋਇੰਗ ਵੀ ਜਿਹੜੀ ਸੇਮ ਪ੍ਰੈਸੀਡੈਂਟ ਜਦੋਂ 2011 ਮਿਸਟਰ ਮੱਲੀ ਦੇ ਗਰੁੱਪ ਨੇ ਇਹਨਾਂ ਨੇ ਇੰਟਰੋਡਕਸ਼ਨ ਕੀਤੀ ਸੀਗੀ, ਦੈਟ ਇਜ਼ ਵੈਨ ਦ ਚੈਕਿੰਗ ਆਫ ਦ ਪਾਸਪੋਰਟਸ ਟੁਕ ਪਲੇਸ। ਸੋ ਮੈਂ ਇਹ ਕਹਿ ਰਿਹਾ ਹੈਗਾ ਦੈਟ ਇਹਨਾਂ ਨੇ ਇਸਟੈਬਲਿਸ਼ ਪ੍ਰੋਸੀਜਰ ਕੀਤਾ ਜਿਹੜੇ ਕਰਨ ਵਾਸਤੇ, ਤੇ 2014 ਮੈਂ ਮੰਨਦਾ, ਮੈਂ ਕਹਿ ਰਿਹਾ ਵੀ ਇਹਦੇ ਵਿੱਚ ਹੋ ਸਕਦਾ ਵੀ ਦੇਰ ਇਜ਼ ਕਈਆਂ ਨੂੰ ਸ਼ੰਕਾ ਪੈ ਸਕਦਾ ਇਹ ਕਰਨ ਦਾ ਜਾਂ ਉਹ ਕਰਨ ਦਾ। ਆਈ ਕੁਆਇਟ ਐਗਰੀ ਵਿਦ ਯੂ, ਬਟ ਜਿਹੜੀ ਇੰਟਰਪ੍ਰੀਟੇਸ਼ਨ ਆਪਾਂ ਲੈਂਦੇ ਆਏ ਆ ਤੇ ਮੇਰੀ ਉਹੀ ਗੱਲ ਵਾਪਸ ਜਾਂਦੀ ਹੈ ਵੀ ਮਿਸਟਰ ਮੱਲੀ ਜੀ ਦੇਖੋ ਇਹਨਾਂ ਨੇ ਇਹ ਵੀ ਤੁਹਾਨੂੰ ਮੈਂ ਪੁਆਇੰਟ ਆਊਟ ਕਰ ਦੇਣਾ। ਦੇਖੋ ਅਸੀਂ ਇਹਦੇ ਵਿੱਚ ਆਰਗੂਮੈਂਟਸ ਅਸੀਂ ਨਹੀਂ ਆਉਣਾ ਚਾਹੁੰਦੇ ਸੀ ਸੁਰਜੀਤ ਜੀ। ਦੇਖੋ 20 ਮੇਰਾ ਖਿਆਲ 2020 ਦੇ ਵਿੱਚ ਮਿਸਟਰ ਮੱਲੀ ਨੇ ਰੈਜ਼ਿਗਨੇਸ਼ਨ ਦਿੱਤੀ ਸੀ ਫਰੋਮ ਹਿਜ਼ ਪੋਸਟ, ਓਕੇ, ਕਮੇਟੀ ਦੇ ਵਿੱਚ, but then in order to progress ਸਰਬਸੰਮਤੀ ਨਾਲ nobody raised ਕਿੰਤੂ ਪ੍ਰੰਤੂ ਵੀ ਆਪਾਂ ਨਾ ਬਿਕਾਜ਼ ਕੋਵਿਡ ਆ ਹੋਰ ਚੀਜ਼ਾਂ ਹੋ ਰਹੀਆਂ ਆਪਾਂ ਇਹਦੇ ਵਿੱਚ ਇਸ਼ੂ ਨਾ ਲਈਏ, ਡਿਸਟੇਬਿਲਿਟੀ ਨਾ ਲਈਏ। ਮੈਂ ਹਲੇ ਵੀ ਮਿਸਟਰ ਮੱਲੀ ਨੂੰ ਕਹਿ ਰਿਹਾ ਵੀ ਦੇਖੋ ਜਿਹੜੀ ਇਹ ਸਿਲੈਕਸ਼ਨ ਦੀ ਜਾਂ ਸਰਬਸੰਮਤੀ ਦੀ ਗੱਲ ਕਰਦੇ ਆ ਨਾ, ਇਹ ਲੈਟ ਅਸ ਗੋ ਥਰੂ ਦ ਮੈਂਬਰਸ਼ਿਪ ਐਂਡ ਇਲੈਕਸ਼ਨ ਕਮੇਟੀ, ਬਿਕਾਜ਼ ਹੋ ਸਕਦਾ ਵੀ ਇਹਨਾਂ ਨੂੰ ਡਿਫਿਕਲਟੀ ਹੈਗੀ ਮੇਰੇ ਨਾਲ ਗੱਲ ਕਰਨ ਦੀ, ਬਿਕਾਜ਼ ਹੋ ਸਕਦਾ ਨਹੀਂ ਦੇਖੋ ਪ੍ਰੋਬਲਮ ਪਤਾ ਕੀ ਆ, ਕੋਈ ਕਿਸੇ ਦਾ ਦੁਸ਼ਮਣ ਨਹੀਂਗਾ, ਠੀਕ ਆ, ਲੇਕਿਨ ਗੱਲ ਇਹ ਹੈ ਕਿ ਨਾ ਤੁਸੀਂ ਉਹਨਾਂ ਦੇ ਦੁਸ਼ਮਣ ਨਾ ਮੈਂ, ਚਲੋ ਇਹਨਾਂ ਦੇ ਵੱਲੋਂ ਕਹਤਾ ਨਾ ਇਹ ਤੁਹਾਡੇ ਦੁਸ਼ਮਣ ਹੈਗੇ ਆ, ਪਰ ਲੇਕਿਨ ਦੁੱਖ ਜਿੱਥੇ ਲੱਗਦਾ ਹੈਗਾ ਨਾ ਆਪਣੀਆਂ ਹੈਂਕੜਾਂ ਲਈ ਜਿਹੜਾ ਸੰਗਤ ਦਾ ਪੈਸਾ ਬਰਬਾਦ ਹੋਣਾ ਹੈ ਤੇ ਉਹਦਾ ਸੰਗਤ ਸਾਰਿਆਂ ਨੂੰ ਦੁੱਖ ਲੱਗਣਾ ਹੈਗਾ। ਕਿਉਂ ਨਹੀਂ ਹੁਣ ਵੀ ਤੁਹਾਡੇ ਕੋਲ ਟਾਈਮ ਹੈਗਾ ਤੇ ਬੈਠ ਕੇ ਇਹਨੂੰ ਨਿਪਟਾ ਲਓ ਕਿਸੇ ਪਾਸੇ ਨੂੰ। ਜਿਹੜੇ ਤੁਸੀਂ ਲੱਖਾਂ ਪਾਉਂਡ ਜਿਹੜੇ ਸੰਗਤ ਦਾ ਪੈਸਾ ਕੋਰਟਾਂ ਤੇ ਵਕੀਲਾਂ ਤੇ ਖਰਚਣਾ ਹੈਗਾ ਉਹ ਤਾਂ ਸੇਵ ਹੋ ਜਾਊਗਾ ਨਾ, ਅਜੇ ਵੀ ਟਾਈਮ ਹੈਗਾ ਆ ਨਾ। ਮੈਂ ਐਬਸੋਲੂਟਲੀ ਤੁਹਾਡੇ ਨਾਲ ਅਗਰੀ ਕਰਦਾ ਤੇ ਮੈਂ ਕਹਿ ਰਿਹਾ ਵੀ ਇਹਦੇ ਵਿੱਚ ਤਾਂ ਹੀ ਮੈਂ ਤੁਹਾਨੂੰ ਬੇਨਤੀ ਵੀ ਕੀਤੀ ਸੀਗੀ ਵੀ ਇਹਦੇ ਵਿੱਚ ਜਿਹੜੇ ਕਮੇਟੀ ਦੇ ਸੈਕਟਰੀ ਹੈਗੇ ਆ ਹਰਮੀਤ ਸਿੰਘ, he should be coming and explaining the process, because ਮੈਂ day to day because he is the what you might call the secretary to the membership and election committee, ਹੈ ਨਾ। ਤੁਸੀਂ ਮੈਨੂੰ ਬੇਨਤੀ ਕੀਤੀ, ਮੈਂ ਫਿਰ ਵੀ ਆ ਗਿਆ ਤੁਹਾਨੂੰ ਦੇਖੋ ਮੈਂ ਲਿਸਨਰਸ ਨੂੰ ਕਲੀਅਰ ਕਰਦਾ। ਮੈਂ ਕਿਹਾ ਹਰਮੀਤ ਸਿੰਘ ਆਉਣੇ ਚਾਹੀਦੇ ਟੂ ਕਲੀਅਰ, ਬਿਕਾਜ਼ ਹਰਮੀਤ ਸਿੰਘ ਜਨਰਲ ਸੈਕਟਰੀ ਹੈ, Mr. Malli ਹੈਗੇ president, so they should be working closely together in terms of taking this forward. Now ਹਲੇ ਵੀ ਹੋ ਸਕਦਾ, so committee meeting ਆ ਰਹੀ ਹੈਗੀ ਆ where this discussion will take place further. ਉਹਦੇ ਵਿੱਚ ਮੈਂ ਇਹੀ ਚਾਹੁੰਦਾ ਸਾਰਿਆਂ ਨੂੰ to come together and work together ਵੀ ਆਪਾਂ ਕਿਵੇਂ ਇਹ ਕਰ ਸਕਦੇ ਹਾਂ ਤੇ ਜਿਹੜੀ selection by consensus so that even after membership, because ਦੇਖੋ ਸੁਰਜੀਤ ਸਿੰਘ ਜੀ ਇਸ ਕੰਟਰੀ ਦੇ ਵਿੱਚ ਆਪਾਂ ਇਹ ਚਾਹੁੰਦੇ ਹਾਂ ਵੀ ਮੈਂਬਰਸ਼ਿਪ ਹੋਣੀ ਚਾਹੀਦੀ ਹੈ, ਬਿਕਾਜ਼ ਇਹ ਕਨਸਟੀਟਿਊਸ਼ਨ ਹੈ, ਵਿਧਾਨ ਆ, ਤੇ ਜੇ ਤੁਸੀਂ ਇਹ ਕਨਸਟੀਟਿਊਸ਼ਨ ਵਿਧਾਨ ਨਾਲ ਚੱਲਦੇ ਹੋ ਯੂ ਹੈਵ ਟੂ ਫੋਲੋ ਇਟ ਬਿਕਾਜ਼ ਦਿਸ ਇਜ਼ ਦ ਬੈਸਟ ਦੈਟ ਯੂ've got. ਓਕੇ, ਜਦੋਂ ਆਪਾਂ ਚੇਂਜ ਕਰਨਾ ਲੈਟਸ ਚੇਂਜ ਇਟ ਐਂਡ ਟੇਕ ਇਟ ਫੋਰਵਰਡ. ਲਾਸਟ ਕੁਐਸਚਨ, ਅਜੇ ਵੀ ਡੁੱਲਿਆਂ ਬੇਰਾਂ ਦਾ ਕੁਛ ਨਹੀਂ ਬਣਿਆ, ਅਜੇ ਵੀ ਬੈਠ ਕੇ ਗੱਲ ਹੋ ਸਕਦੀ ਹੈ ਤੇ ਇਹਨੂੰ ਸੁਲਝਾ ਸਕਦੇ ਕਿ ਨਹੀਂ? ਹਾਂਜੀ ਜ਼ਰੂਰ ਐਬਸੋਲੂਟਲੀ ਆਲਵੇਜ਼। ਮੈਂ ਕਹਿ ਰਿਹਾ ਤੁਹਾਡਾ ਗਰੁੱਪ ਰੈਡੀ ਆ? ਦੇਖੋ we are always ready. ਦੇਖੋ ਸੁਰਜੀਤ ਜੀ ਮੈਂ ਤਾਂ ਹੀ ਨਹੀਂ ਸੀ ਪਹਿਲਾਂ ਆਉਣਾ ਚਾਹੁੰਦਾ ਬਿਕਾਜ਼ ਦੇਖੋ ਕਈ ਵਾਰੀ ਰੇਡੀਓ ਤੇ ਨਾ ਆਪਾਂ ਫੁੱਲ ਇਨਫੋਰਮੇਸ਼ਨ ਜਾਂ ਬੈਕਗਰਾਉਂਡ ਪੇਪਰਸ ਅਦਰ ਥਿੰਗ ਪੂਰਾ ਨਹੀਂ ਦੇ ਸਕਦੇ। ਹਾਂਜੀ, ਮੈਂ ਮਿਸਟਰ ਮੱਲੀ ਨੂੰ ਕਹਿਣਾ ਵੀ ਪਲੀਜ਼ ਉਹ ਐਵੀਡੈਂਸ ਦੇ ਦੇਣ ਜਿਹੜਾ ਕਿ ਨਾਲ ਉਹ ਆਉਂਦਾ ਜਿਹੜੀ ਚੀਜ਼ਾਂ ਤੇ ਜਿਹੜੇ ਪੇਪਰਸ ਦੇ ਦੇਣ, ਜਿਹੜੀ ਆਹ ਆਪਣੀ ਕਮੇਟੀ ਮੀਟਿੰਗ ਆ ਰਹੀ ਹੈ ਉਹਦੇ ਵਿੱਚ ਉਹ ਦੇ ਦੇਣ। ਇਟ ਵਿਲ ਬੀ ਡਿਊਲੀ ਕੰਸੀਡਰਡ। ਮੈਂ ਨਹੀਂ ਕਹਿੰਦਾ ਵੀ ਨਹੀਂ, ਪਰ ਜਦੋਂ ਕਈ ਵਾਰੀ ਆਪਾਂ ਰੇਡੀਓ ਪ੍ਰੋਗਰਾਮ ਕਰਦੇ ਆ ਨਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਨਹੀਂ ਭਾਜੀ ਆਪਣਾ ਝੱਗਾ ਚੱਕੂਗੇ ਤਾਂ ਆਪੇ ਨੰਗੇ ਹੋਵਾਂਗੇ ਨਾ।
नहीं I don't mind because देखो constitution लेकिन पता की गल है सॉरी टू से बाकी दी कम्युनिटी भी सुनते हैं ते अगले फिर यही कहते भी दूसरे ये देखो इकट्ठे ही नहीं हो सकते असीं बाकियां नूं कहंदे कि असीं आ करना गर्चा साहब तुहाडा बहुत बहुत शुक्रिया जी थैंक यू any final words before you go देखो ਜਿਹੜੀ reside permanently ਇਹੀ ਹੁੰਦਾ ਜਿਹੜੀ ਇੱਕ ਵਾਰੀ legal interpretation ਵੀ ਜਿਹੜੀ ਇਹਦੀ ਲਈ ਗਈ ਹੈ ਨਾ it means free of any restrictions so ਇਹ legal definition ਸੀ ਉਹਦੇ ਨਾਲ ਤਾਂ ਹੀ ਮੇਰਾ ਖਿਆਲ ਜਿਹੜਾ ਇਹਨਾਂ ਨੇ because otherwise we would have argued in 2011 as well ਅਸੀਂ ਵੀ argue ਕਰਦੇ ਸੀ ਵੀ ਦੇਖੋ ਜਿਹੜੇ ਦੇਖੋ ਹੁਣ ਮੇਰੀ ਡਾਕਟਰ ਜਿਹੜੇ ਕਿ ਨਾ ਇੱਕ ਮੇਰੇ ਕਮੇਟੀ ਮੈਂਬਰ ਮੇਰੇ ਫੈਮਿਲੀ ਰਿਲੇਟਿਵ ਆ ਹਾਂਜੀ Okay, ਉਹ ਕਹਿ ਸਕਦੇ well known to our family ਉਹਨਾਂ ਦੀ ਜਿਹੜੀ daughter in law ਹੈਗੀ ਆ she's from a European country she went in but she can't be registered but ਜਿਹੜੀ ਡਾਕਟਰ ਸਾਹਿਬ ਜਿਹੜੀ wording ਹੈ ਨਾ ਉਹਦੇ ਚ ਹੈਗਾ reside permanently which I think you ask anybody it says where do you live permanently नहीं okay ਜਿਹੜਾ legal opinion ਹੈ sorry Surjit ji ਜਿਹੜਾ ਇਹਨਾਂ ਨੇ interpretation ਕੀਤੀ in 2011 which we are still continuing with it is free of any restrictions so why was it that we started looking at passports in 2011 Mr. Malli ਉਦੋਂ lead ਕਰ ਰਹੇ ਸੀਗੇ he was the lead at that time he was the group leader ਉਦੋਂ ਵੀ ਉੱਥੇ ਪਾਸਪੋਰਟ ਚੈੱਕ ਹੋਏ ਸੀ they are the ones who put this in the constitution in 2010 ਇਹਨਾਂ ਨੇ ਕੀਤੀ ਹੈਗੀ ਆ ਸੋ ਜਿਹੜੀ ਇੰਟਰਪ੍ਰੀਟੇਸ਼ਨ ਇਹਨਾਂ ਨੇ ਦਿੱਤੀ ਸੀਗੀ was free of any restrictions ਉਹ ਜਿਹੜੀ ਇੰਟਰਪ੍ਰੀਟੇਸ਼ਨ ਕੀਤੀ ਗਈ ਹੈ ਉਹਦੀ ਇੰਟਰਪ੍ਰੀਟੇਸ਼ਨ ਇਹ ਕੀਤੀ ਗਈ ਹੈ ਵੀ ਤੁਹਾਡੇ ਤੇ ਕੋਈ ਕੰਡੀਸ਼ਨ ਨਹੀਂ on your passport to be able or whatever to reside anywhere permanently within these 4 boroughs ਥੈਂਕ ਯੂ ਗੱਜਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਇੱਥੇ ਫਤਿਹ ਕਰਦੇ ਬਹੁਤ ਧੰਨਵਾਦ ਕਰਦਾ ਤੇ really I hope that ਜਿਹੜੀ ਮੈਂ ਜਾਣਕਾਰੀ ਤੁਹਾਨੂੰ ਦਿੱਤੀ ਹੈਗੀ ਆ ਥੋੜੀ ਜਿਹੀ ਕਲੈਰੀਫਿਕੇਸ਼ਨ ਦਿੱਤੀ ਹੈ ਪਰ ਕਈ ਵਾਰੀ ਇੱਕ opinion ਆਪਾਂ ਦੇਖਦੇ ਹਾਂ ਆਪਾਂ ਪੂਰੀ ਇਨਫੋਰਮੇਸ਼ਨ ਨਹੀਂ ਦੇਖਦੇ ਸੋ I would really welcome ਵੀ ਜਿਹੜੇ ਆਪਣੇ ਜਨਰਲ ਸੈਕਟਰੀ ਹੈਗੇ ਉਹ ਵੀ ਮਿਸਟਰ ਮੱਲੀ ਦੇ ਗਰੁੱਪ ਸ਼ੇਅਰ ਗਰੁੱਪ ਦੇ ਨਾਲ ਇਹਨਾਂ ਦੇ ਸੀਗੇ ਵੀ ਉਹਨਾਂ ਨੂੰ ਵੀ ਤੁਸੀਂ ਇਨਵਾਈਟ ਕਰੋ ਫਰਮ ਦ ਕਮੇਟੀ ਰੈਪਰੈਜ਼ੈਂਟੇਟਿਵ ਬਿਕਾਜ਼ ਦੇਖੋ ਮੈਂ ਇੰਡੀਵਿਜੂਅਲ ਹੈਗਾ ਓਕੇ ਚਲੋ ਅਜੇ ਕਿਹੜੀਆਂ ਇਲੈਕਸ਼ਨਸ ਹੋ ਗਈਆਂ ਆਪਾਂ ਇੱਕ ਦਿਨ ਫਿਰ 2 ਘੰਟੇ ਦਾ ਪ੍ਰੋਗਰਾਮ ਰੱਖ ਲਵਾਂਗੇ ਠੀਕ ਹੈ Thank you so much. Thank you ਗੱਜਾ ਸਾਹਿਬ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਮੱਲੀ ਸਾਹਿਬ ਮੈਨੂੰ ਸੰਗਤ ਗਰੁੱਪ ਤੋਂ ਮੈਸੇਜ ਆਇਆ ਹੈਗਾ ਕਿ ਸਾਨੂੰ ਵੀ 5 ਮਿੰਟ ਦਿੱਤੇ ਜਾਣ ਤੇ 5 ਮਿੰਟ ਉਸ ਤੋਂ ਬਾਅਦ ਤੁਹਾਡੇ ਕੋਲ ਹੋਣੇ ਹੈਗੇ ਤੇ ਮੈਂ ਉਹਨਾਂ ਦੀ ਵੇਟ ਕਰਦਾ ਜਦੋਂ ਉਹ ਆ ਗਏ ਤੇ ਮੈਂ ਪਹਿਲਾਂ ਉਹਨਾਂ ਨੂੰ ਕਹਿਤਾ ਸੀਗਾ ਕਿ 5 ਮਿੰਟ ਤੋਂ ਜ਼ਿਆਦਾ ਟਾਈਮ ਹੈ ਨਹੀਂਗਾ ਕਿਉਂਕਿ 10 ਮਿੰਟ ਰਹਿੰਦੇ ਹੈਗੇ ਸੋ ਸੰਗਤ ਗਰੁੱਪ ਵਾਲੇ ਗੁਰਪ੍ਰੀਤ ਸਿੰਘ ਜੀ ਤੁਸੀਂ ਆ ਜਾਓ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਹੈਗੀ ਆ ਗੁਰਪ੍ਰੀਤ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਜੀ ਠੀਕ ਠਾਕ ਸਾਰਿਆਂ ਨੂੰ ਮੈਂ ਸੌਰੀ ਹਾਂ ਭਾਜੀ 5 ਮਿੰਟ ਆ ਮੈਂ ਜਲਦੀ ਕਰਨ ਦੀ ਕੋਸ਼ਿਸ਼ ਕਰਨਾ ਹਾਂਜੀ ਦੇਖੋ ਮਾਮੀ 2 ਵਾਰੀ ਇਲੈਕਸ਼ਨ ਲੜ ਚੁੱਕਾ ਸਿੰਘ ਸਭਾ ਦੀ ਹੈ ਨਾ ਹਾਂਜੀ ਈਵਨ ਐਟ ਵਨ ਟਾਈਮ ਆਈ ਵਾਸ ਅ ਪਾਰਟ ਆਫ ਲਾਈਨ ਗਰੁੱਪ ਜੀ ਪਰ ਮੁੱਦਾ ਇਹ ਆ ਕਿ ਜਿਹੜੀ ਅੱਜ ਦੀ ਡਿਸਕਸ਼ਨ ਹੋ ਰਹੀ ਆ ਇਹ ਨਾ ਇਹ ਲੈਕ ਆਫ ਜਿਹਨੂੰ ਕਹਿੰਦੇ ਪ੍ਰਿੰਸੀਪਲ ਜਾਂ ਸਿਚੁਏਸ਼ਨ ਕਰਕੇ ਆ ਕਿਉਂਕਿ ਸਿੰਘ ਸਭਾ ਦੇ ਵਿੱਚ ਕਨਸਟੀਟਿਊਸ਼ਨ ਚੇਂਜ ਕਰਨ ਦੀ ਕੀਤਾ ਗਿਆ ਸੀ ਜਦੋਂ ਲਾਈਨ ਗਰੁੱਪ ਪਾਵਰ ਦੇ ਵਿੱਚ ਆਇਆ ਸੀ ਠੀਕ ਹੈ ਨਾ ਸ਼ੇਅਰ ਗਰੁੱਪ ਉਹਦੇ ਵਿੱਚ ਬਹੁਤ ਵੀਕਨੈਸ ਹੋਈ ਆ ਕਿਉਂਕਿ ਜਦੋਂ ਹੁਣ ਦੇਖੋ ਮੈਂ ਤੁਹਾਨੂੰ ਬੇਨਤੀ ਕਰਦਾ ਟਰਸਟੀਆਂ ਦੇ ਵਿੱਚ ਵੀ ਪ੍ਰੋਬਲਮ ਆ ਇਲੈਕਸ਼ਨ ਕਮਿਸ਼ਨ ਦੇ ਵਿੱਚ ਵੀ ਪ੍ਰੋਬਲਮ ਆ ਓਕੇ ਸੌਰੀ ਸਾਹਿਬ ਭਾਜੀ ਮੈਨੂੰ ਪਤਾ ਕਿ ਅਸੀਂ ਆਹ ਗੱਲ ਕਰਦੇ ਹੈਗੇ ਆ ਨਾ ਕਮੀਆਂ ਕਰਕੇ ਹੀ ਗੱਲ ਕਰਦੇ ਹੈਗੇ ਆ ਲੇਕਿਨ ਜੇ ਹੁਣ ਆਪਾਂ ਅਗਲਾ ਸਟੈਪ ਕਰੀਏ ਤੇ ਇਹ ਜਿਹੜੀਆਂ ਕਮੀਆਂ ਆ ਨਾ ਉਹ ਕਮੀਆਂ ਤਾਂ ਹੁਣ ਹੋ ਗਈਆਂ ਹੁਣ ਇਲੈਕਸ਼ਨ ਸਿਰ ਤੇ ਹੈਗੀ ਆ ਤੇ ਹੁਣ ਆਹ ਪੰਗਾ ਜਿਹੜਾ ਪਿਆ ਆ ਜਿਹਦੇ 'ਚ ਸੰਗਤ ਦਾ ਪੈਸਾ ਲੱਗਣਾ ਹੈਗਾ ਠੀਕ ਆ ਤੇ ਉਹਨੂੰ ਆਪਾਂ ਕਿੱਦਾਂ ਅਵੋਇਡ ਕਰ ਸਕਦੇ ਆ ਓਕੇ ਉਹਦੇ ਵਿੱਚ 2 ਰੀਜ਼ਨ ਆ ਪਹਿਲੀ ਗੱਲ ਜਦੋਂ ਮੈਂ ਗੱਲ ਕੀਤੀ ਕਮੀਆਂ ਦੀ ਉਹ ਕਨਸਟੀਟਿਊਸ਼ਨਲ ਕਮੀਆਂ ਕਹਿ ਰਿਹਾ ਮੈਂ ਇੰਡੀਵਿਜੂਅਲ ਨਹੀਂ ਕਹਿ ਰਿਹਾ ਹਾਂਜੀ ਦੂਜੀ ਗੱਲ ਅੱਜ ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਂਦੀ ਹੈ ਨਾ ਕੋਈ ਵੀ ਕਮੇਟੀ ਪਾਵਰ ਦੇ ਵਿੱਚ ਨਹੀਂ ਹੁੰਦੀ ਇਹ ਰੂਲ ਦੇ ਵਿੱਚ ਆਉਂਦਾ ਕਿਉਂਕਿ ਕਮੇਟੀਆਂ ਭੰਗ ਹੋ ਜਾਂਦੀਆਂ ਇਲੈਕਸ਼ਨ ਕਮਿਸ਼ਨ ਦੇ ਕੋਲ ਪਾਵਰ ਆ ਜਾਂਦੀ ਆ ਇਲੈਕਸ਼ਨ ਕਰਵਾਉਣ ਦੀ ਹੁਣ 3 ਕਮੇਟੀਆਂ 3 ਗਰੁੱਪਾਂ ਨੇ ਇਲੈਕਸ਼ਨ ਲੜੀ ਆ ਲਾਇਨ ਗਰੁੱਪ ਬਾਜ ਗਰੁੱਪ ਤੇ 13 ਪੰਥ ਵਸੇ ਉਹਨਾਂ ਦੇ ਨੁਮਾਇੰਦੇ ਜਿਹੜੇ ਉਹ ਇਲੈਕਸ਼ਨ ਕਰਵਾ ਰਹੇ ਆ ਹੁਣ ਪ੍ਰੋਬਲਮ ਜਿਹੜੀ ਆ ਉਹ ਸੰਗਤ ਦੀ ਆ ਜੋ ਮੈਂ ਅੰਡਰਸਟੈਂਡ ਕੀਤੀ ਆ 2 ਵੀਰ ਜਿਹੜੇ ਇੱਥੇ ਬੈਠੇ ਆ ਉਹ ਕਹਿੰਦੇ ਸੰਗਤ 'ਚ ਇਹ ਪ੍ਰੋਬਲਮ ਆ ਰਹੀ ਆ ਹੁਣ ਮੈਂ ਸੰਗਤ ਨੂੰ ਇੱਕ ਬੇਨਤੀ ਕਰਦਾ ਉਹ ਇਹ ਆ ਕਿ ਜੇ ਕਿਸੇ ਨੇ ਲੀਗਲੀ ਇਹਨੂੰ ਪਰਸਿਊ ਕਰਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਉਹਦੇ ਵਿੱਚ ਸਿੰਘ ਸਭਾ ਦਾ ਨਾਂ ਨਾ ਆਵੇ
ਉਹਦੇ ਵਿੱਚ ਇਲੈਕਸ਼ਨ ਕਮਿਸ਼ਨ, ਉਹਦਾ ਚੇਅਰਮੈਨ ਤੇ ਜਿਹੜੇ ਉਹਨੂੰ ਰਿਪਰੈਜ਼ੈਂਟ ਕਰ ਰਹੇ ਉਹਨਾਂ ਦਾ ਨਾਂ ਹੋਵੇ, ਉਹ ਗੁਰੂ ਦੀ ਗੋਲਕ ਚੋਂ ਪੈਸੇ ਨਹੀਂ ਖਰਚ ਸਕਦੇ। ਨਹੀਂ, ਪਰ ਇਹ ਤਾਂ ਹੈਗੇ ਕਿ ਇੱਕ ਪਾਸੇ ਉਹ ਤਾਂ ਗੁਰੂ ਦੀ ਗੋਲਕ ਦੇ ਵਿੱਚੋਂ ਹੀ ਪੈਸੇ ਲੱਗਣੇ ਆ ਨਾ। ਨਹੀਂ ਲੱਗ ਸਕਦੇ। ਮੈਂ ਤੁਹਾਨੂੰ ਦੱਸਦਾ, AGM ਦੇ ਵਿੱਚ ਅਸੀਂ ਸੰਗਤ ਦੇ ਤੌਰ ਤੇ ਜਦੋਂ AGM ਆਊਗੀ ਅਸੀਂ ਉਹਦੇ ਵਿੱਚ ਰੈਜ਼ੋਲੂਸ਼ਨ ਲਿਆਵਾਂਗੇ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਪ੍ਰੋਸੈਸ ਆ ਉਹ ਹੈਜ਼ ਨਥਿੰਗ ਟੂ ਡੂ ਵਿਦ ਗੁਰਦੁਆਰਾ, ਕਿਉਂਕਿ ਇਹ ਪੋਲੀਟੀਕਲ ਪਾਰਟੀਆਂ ਦੀ ਨੁਮਾਇੰਦਗੀ ਦਾ ਬਣਿਆ ਆ, ਸੰਗਤ ਦੀ ਨੁਮਾਇੰਦਗੀ ਦਾ ਨਹੀਂ। ਸੰਗਤ ਦੀ ਨੁਮਾਇੰਦਗੀ ਦੇ ਵਿੱਚ ਜਿਹੜੇ ਲੋਕੀ ਵੋਟ ਪਾ ਕੇ ਇਲੈਕਟਡ ਜਾਂ ਸਿਲੈਕਟਡ ਹੋਏ ਆ ਉਹਨਾਂ ਦੀ ਪਾਵਰ ਵੱਖਰੀ ਆ, ਟੈਕਨੀਕਲੀ ਤੇ ਲੀਗਲੀ ਇਲੈਕਸ਼ਨ ਕਮਿਸ਼ਨ ਦੀ ਪਾਵਰ ਵੱਖਰੀ ਆ। ਓਕੇ, ਤੇ ਤੁਸੀਂ ਵੀ ਕਨਸਟੀਟਿਊਸ਼ਨ ਪੜ੍ਹਿਆ, ਤੁਹਾਡੀ ਇਹਦੀ ਜਿਹੜੀ ਟਰਾਂਸਲੇਸ਼ਨ ਹੈਗੀ ਹੈ ਰਿਜ਼ਾਈਡ ਪਰਮਾਨੈਂਟਲੀ ਵਿਦਨ ਦ ਲੰਡਨ ਬੋਰੋਜ਼। ਓਕੇ, ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ, ਤੁਸੀਂ ਪਰਮਾਨੈਂਟ ਇੱਥੇ ਹੈਗੇ ਆ, ਤੁਹਾਡੇ ਤੋਂ ਕਿਸੇ ਹੋਰ ਕੰਟਰੀ ਦਾ ਆ, ਜੇ ਤੁਸੀਂ ਤੁਹਾਡੇ ਕੋਲ ਇੱਥੇ ਦਾ ਵੋਟਿੰਗ ਰਜਿਸਟਰਡ ਆ, ਯੂ ਆਰ ਪਰਮਾਨੈਂਟ ਰਿਗਾਰਡਲੈਸ ਤੁਹਾਡਾ ਪਾਸਪੋਰਟ ਕਿਹੜਾ ਆ। ਸੋ ਜੇ ਤੁਸੀਂ ਜਨਰਲ ਇਲੈਕਸ਼ਨ ਦੇ ਵਿੱਚ ਵੋਟ ਪਾ ਸਕਦੇ ਹੈਗੇ ਆ ਤੇ ਇਹਦਾ ਮਤਲਬ ਤੇ ਫਿਰ ਤੁਸੀਂ ਜਿਹੜੀਆਂ ਸਿੰਘ ਸਭਾ ਦੇ ਮੈਂਬਰ ਵੀ ਬਣ ਸਕਦੇ ਆ, ਤੁਸੀਂ ਉੱਥੇ ਵੀ ਤੁਸੀਂ ਵੋਟ ਪਾਣੀ। ਬੇਨਤੀ ਕਰਦਾ, ਜਦੋਂ ਇੱਥੇ ਬ੍ਰੈਗਜ਼ਿਟ ਹੋਇਆ, ਹਾਂਜੀ, ਤੁਸੀਂ ਜਿਹੜੇ ਯੂਰਪ ਤੋਂ ਲੋਕੀ ਆਏ ਸੀ ਉਹ ਕੌਂਸਲ ਦੀਆਂ ਵੋਟਾਂ ਪਾ ਸਕਦੇ ਸੀ, ਉਹ ਆਪਣੇ MP ਦੀ ਪਾ ਸਕਦੇ ਸੀ, ਪਰ ਉਹ ਬ੍ਰੈਗਜ਼ਿਟ 'ਚ ਵੋਟ ਨਹੀਂ ਸੀ ਪਾ ਸਕਦੇ। ਉਹ ਕਨਫਲਿਕਟ ਆਫ ਇੰਟਰਸਟ। ਹਾਂ, ਉਹ ਤਾਂ ਕਨਫਲਿਕਟ ਆਫ ਇੰਟਰਸਟ। ਸੋ ਮੈਂ ਉਹੀ ਕਹਿਣਾ ਕਿ ਜੇ ਉਹ ਕੌਂਸਲ ਦੀਆਂ ਵੋਟਾਂ 'ਚ ਵੋਟ ਪਾ ਸਕਦੇ ਹੈਗੇ ਆ, ਜਨਰਲ ਇਲੈਕਸ਼ਨ ਦੇ ਵਿੱਚ ਪਾ ਸਕਦੇ ਹੈਗੇ ਆ, ਤੇ ਸਿੰਘ ਸਭਾ ਦੇ ਵਿੱਚ ਕਿਉਂ ਨਹੀਂ ਵੋਟ ਪਾ ਸਕਦੇ? ਕਿਉਂਕਿ ਕੰਡੀਸ਼ਨ ਹੈਗੀ ਆ ਕਿ ਮੈਂਬਰ ਹੋਣਾ ਚਾਹੀਦਾ। ਏਦਾਂ ਹੀ ਆ ਨਾ? ਹਾਂ, ਮੈਂਬਰ, ਉਹ ਜਦੋਂ ਮੈਂਬਰ ਹੀ ਵੋਟ ਪਾ ਸਕਦਾ ਨਾ ਜਦੋਂ ਫਿਰ ਬਾਕੀ ਪਰ ਜਿਹੜੀ, ਪਰ ਇਹ ਮੈਂਬਰ ਨਹੀਂ ਬਣ ਦੇਣਾ ਚਾਹੁੰਦੇ। ਜੋ ਅੰਡਰਸਟੈਂਡਿੰਗ ਮੈਨੂੰ ਆਈ ਆ, ਉਹ ਕਹਿੰਦੇ ਯੂਰਪੀਅਨ ਜਿਹੜੇ ਆ ਜਾਂ UK ਦੇ ਜਿਹੜੇ ਰੈਜ਼ੀਡੈਂਟ ਨਹੀਂ, ਉਹ ਮੈਂਬਰ ਨਹੀਂ ਬਣ ਸਕਦੇ, ਜੋ ਮੈਂ ਅੰਡਰਸਟੈਂਡ ਕੀਤਾ। ਨਹੀਂ, ਜਿਹੜੇ UK ਦੇ ਰੈਜ਼ੀਡੈਂਟਸ ਆ ਉਹ ਪਾ ਤਾਂ ਸਕਦੇ ਆ, ਪਰ ਲੇਕਿਨ ਇੱਥੇ ਜਿਹੜਾ ਪੰਗਾ ਪਿਆ ਨਾ ਉਹ ਪਿਆ ਹੈਗਾ ਉਹਨਾਂ ਦੀ ਇਮੀਗ੍ਰੇਸ਼ਨ ਸਟੇਟਸ ਦਾ ਪੰਗਾ ਪਿਆ ਆ, ਹੋਰ ਨਹੀਂ ਕੁਝ ਵੀ। ਰੈਜ਼ੀਡੈਂਟਸ ਤੇ ਪਰਮਾਨੈਂਟ ਦੋ ਸੈਪਰੇਟ ਵਰਡ ਆ, ਇਹਨਾਂ ਨੂੰ ਮਿਕਸ ਨਾ ਕਰੀਏ। ਨਹੀਂ, ਰਿਜ਼ਾਈਡ ਪਰਮਾਨੈਂਟਲੀ ਤੇ ਪਰਮਾਨੈਂਟ ਇਨ ਦਿਸ ਕੰਟਰੀ, ਐਗਜ਼ੈਕਟਲੀ ਉਹਦੀ ਡੈਫੀਨੇਸ਼ਨ ਜਿਹੜੀ ਵੱਖਰੀ ਆ ਨਾ, ਵੱਖਰੀ ਆ। ਸੋ ਪਰ ਲੇਕਿਨ ਕਸੂਰ ਤਾਂ ਜਿਹਦਾ ਵੀ ਹੈਗਾ, ਕਸੂਰ ਤਾਂ ਇਹੀ ਹੈਗਾ ਕਿ ਤੁਸੀਂ ਕਲੀਅਰ ਨਹੀਂ ਕੀਤਾ। ਨਹੀਂ, ਦੇਖੋ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜਦੋਂ ਕਨਸਟੀਟਿਊਸ਼ਨ ਅਮੈਂਡਮੈਂਟ ਹੋਈ ਆ ਉਹਦੇ ਵਿੱਚ ਬਹੁਤ ਵੀਕਨੈਸ ਆ। ਇਹਨਾਂ ਨੇ ਸਿੰਘ ਤੇ ਕੌਰ ਨੂੰ ਮੱਦੇ ਨਜ਼ਰ ਰੱਖ ਕੇ ਕਨਸਟੀਟਿਊਸ਼ਨ ਚੇਂਜ ਕੀਤਾ, ਬਾਕੀ ਸਾਰੀਆਂ ਗੱਲਾਂ ਇਗਨੋਰ ਕੀਤੀਆਂ। ਭਾਜੀ 30 ਸੈਕਿੰਡ ਆ ਤੁਹਾਡੇ ਕੋਲ, ਗੱਲ ਮੁਕਾ ਦਿਓ ਪਲੀਜ਼, ਟਾਈਮ ਹੋ ਗਿਆ। ਗੱਲ ਇਹ ਆ ਜੀ, ਮੈਂ ਜਿਹੜੀ ਫੰਡਾਮੈਂਟਲ ਗੱਲ ਕੀਤੀ ਆ ਕਿ ਜਿਹੜਾ ਕੇਸ ਹੋਣਾ ਇਲੈਕਸ਼ਨ ਕਮਿਸ਼ਨ ਤੇ ਹੋਵੇ, ਗੁਰਦੁਆਰੇ ਦਾ ਨਾਮ ਨਾ ਵਿੱਚ ਆਉਣਾ ਚਾਹੀਦਾ। ਜੇ ਕੋਈ ਸੂ ਕਰ ਰਿਹਾ ਸੂ ਕਰਨ ਨੂੰ, ਸੰਗਤ ਦੀ ਮਰਜ਼ੀ ਆ, ਉਹ AGM ਦੇ ਵਿੱਚ ਪਾਸ ਕਰਾ ਸਕਦੀ ਰੈਜ਼ੋਲੂਸ਼ਨ ਕਿ ਇਲੈਕਸ਼ਨ ਕਮਿਸ਼ਨ ਦੀ ਕੋਈ ਵੀ ਗੱਲ is not bound by the ਗੁਰਦੁਆਰਾ। ਪਰ ਪ੍ਰੋਬਲਮ ਇਹ ਹੋਣੀ ਹੈ ਕਿ ਜਿਹੜੀ ਪਾਰਟੀ ਜਿੱਤ ਗਈ ਉਹਨੇ ਜੇ ਉਹਨਾਂ ਦੇ ਉੱਤੇ ਗੱਲ ਆਉਂਦੀ ਹੋਈ ਤੇ ਉਹਨਾਂ ਨੇ ਗੁਰਦੁਆਰੇ ਦੀ ਗੋਲਕ ਚੋਂ ਪੈਸੇ ਦੇ ਦੇਣੇ, ਜੋ ਅੱਗੇ ਹੁੰਦਾ ਆ। ਜਿਹੜੀ ਹਾਰ ਗਈ ਉਹ ਤਾਂ ਵਿਚਾਰੇ ਬਾਹਰ ਆਈ ਜਾਣੇ ਜੀ। ਥੈਂਕ ਯੂ ਹਾਂਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੱਲੀ ਸਾਹਿਬ ਜੀ, ਪਹਿਲਾਂ ਤਾਂ ਥੈਂਕ ਯੂ ਗੁਰਪ੍ਰੀਤ ਸਿੰਘ ਜੀ, ਉਹਨਾਂ ਨੇ ਜਿਹੜੇ ਆਪਣੇ ਵਿਚਾਰ ਦੇ, ਅਸੀਂ ਵੀ ਇਸ ਗੱਲ ਦੀ ਸਪੋਰਟ ਕਰਦੇ ਹਾਂ। ਕਿਉਂਕਿ ਜਦੋਂ 17 ਦੇ ਵਿੱਚ ਕੇਸ ਕੀਤਾ ਸੀ, ਉਦੋਂ ਵੀ ਦਾਸ ਨੇ ਕਿਹਾ ਸੀ ਵੀ ਇਹ ਪੈਸਾ ਜਿਹੜੀ MEC ਕਮੇਟੀ ਆ ਉਹਨਾਂ ਨੇ ਫੈਸਲਾ ਲਿਆ ਅਗੇਂਸਟ ਸੰਗਤ ਦੇ, ਉਹਨਾਂ ਨੂੰ ਪੇ ਕਰਨਾ ਚਾਹੀਦਾ। ਅਤੇ ਜਦੋਂ ਸਾਡੀ ਕਮੇਟੀ ਆ ਗਈ ਸੀ, ਕਿਉਂਕਿ ਕਮੇਟੀ ਦੇ ਵਿੱਚ ਜਿਹੜਾ ਪਹਿਲਾਂ ਸਟਾਰਟਿੰਗ ਹੁੰਦਿਆਂ ਹੀ ਜਿਹੜੀ ਮੈਕਸ ਕਮੇਟੀ ਆਈ ਸੀ ਅਤੇ ਉਹਨਾਂ ਨੇ 13,000 ਪਾਉਂਡ ਫੇਰ ਪਾਸ ਕਰਕੇ ਅਤੇ ਉਹਨਾਂ ਨੇ ਦੇਤਾ ਸੀ। ਮੈਂ ਉੱਥੇ ਮਿੰਟਸ ਦੇ ਵਿੱਚ ਵੀ ਲਿਖਾਇਆ ਕਿ ਇਹ ਪੈਸਾ ਸਾਨੂੰ ਨਹੀਂ ਦੇਣਾ ਚਾਹੀਦਾ, ਇਹ ਪੈਸਾ MEC ਨੂੰ ਦੇਣਾ ਚਾਹੀਦਾ, ਜਿਹੜੇ ਮੈਂਬਰਾਂ ਨੇ ਰਿਫਿਊਜ਼ ਕੀਤਾ। ਓਕੇ, ਮੈਂ ਹੁਣ ਵੀ ਇਹੀ ਗੱਲ ਤੁਹਾਨੂੰ ਸਵਾਲ ਪੁੱਛਦਾ ਜਿਹੜਾ ਮੈਂ ਗਾਚਾ ਸਾਹਿਬ ਨੂੰ ਵੀ ਪੁੱਛਿਆ ਸੀਗਾ, ਡਾਕਟਰ ਸਾਹਿਬ ਉਹਨਾਂ ਨੂੰ, ਕਿ ਅਜੇ ਵੀ ਹੱਲ ਲੱਭ ਸਕਦੇ ਹੈਗੇ ਆ ਪੈਸੇ ਬਰਬਾਦ ਕਰਨ ਤੋਂ ਪਹਿਲਾਂ? ਬਿਲਕੁਲ, ਇਹ ਬਾਰ-ਬਾਰ ਪਿਛਲੇ 2 ਤੁਸੀਂ ਬੈਠਣ ਨੂੰ ਤਿਆਰ ਆ? ਪਿਛਲੇ 2 ਵੀਕਾਂ ਤੋਂ ਮੈਂ ਸਾਰੀ ਕਮੇਟੀ ਨੂੰ ਬਾਰ-ਬਾਰ ਤੁਸੀਂ ਬੈਠਣ ਬਿਲਕੁਲ ਬੈਠਣ ਲਈ ਤਿਆਰ ਹਾਂ। ਠੀਕ ਹੈ, ਕਿਉਂਕਿ ਇਹ ਹੁਣ ਜਿਹੜੀ ਗੱਲ ਕਰਦੇ ਆ ਨਾ, ਇਹ ਭਾਜੀ ਸਾਰੇ ਸੁਣ ਰਹੇ ਹੈਗੇ ਆ। ਕਿਉਂਕਿ ਕੱਲ ਨੂੰ ਜੇ ਕੋਈ ਕਹਿੰਦਾ ਕਿ ਨਹੀਂ ਅਸੀਂ ਬੈਠਣ ਨੂੰ ਤਿਆਰ ਨਹੀਂ ਗਾ ਨਾ, ਦੇਖੋ, ਕਿਉਂਕਿ ਗਾਚਾ ਸਾਹਿਬ ਵੀ ਕਹਿੰਦੇ ਆ ਕਿ ਉਹ ਵੀ ਬੈਠਣ ਨੂੰ ਤਿਆਰ ਆ, ਤੁਸੀਂ ਵੀ ਬੈਠਣ ਨੂੰ ਜੇ ਤਿਆਰ ਹੈਗੇ ਆ ਤੇ ਬੈਠ ਕੇ ਇਹਨੂੰ ਗੱਲ ਮੁਕਾ ਲਓ, ਕਿਉਂਕਿ ਨੁਕਸਾਨ ਤਾਂ ਸੰਗਤ ਦੀ ਮਾਇਆ ਦਾ ਹੋਣਾ। ਮੇਰੀ ਗੱਲ ਸੁਣੋ ਵੀ ਜਦੋਂ ਪਹਿਲਾਂ ਇਹਨਾਂ ਨੇ ਮੀਟਿੰਗ ਬੁਲਾਈ ਆ, ਉਦੋਂ ਦਾਸ ਨੂੰ
ਮੇਰੇ ਸ਼ੇਅਰ ਗਰੁੱਪ ਦੇ ਤਕਰੀਬਨ 9-10 ਮੈਂਬਰਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਅਸੀਂ ਸਿਲੈਕਸ਼ਨ ਵਾਸਤੇ ਮੀਟਿੰਗ ਬੁਲਾ ਰਹੇ ਹਾਂ। ਦੂਸਰੀ ਗੱਲ, ਜਦੋਂ ਵੀ ਬੁਲਾਉਣਗੇ ਅਸੀਂ ਹਾਜ਼ਰ ਹੋਵਾਂਗੇ, ਪਰ ਪ੍ਰੋਬਲਮ ਇਹ ਆ 23 ਤਰੀਕ ਨੂੰ ਆਲਰੇਡੀ ਓਪਨ ਮੀਟਿੰਗ ਬੁਲਾ ਚੁੱਕੇ ਆ, ਅਨਾਉਂਸ ਹੋ ਚੁੱਕਾ ਹੈ। ਅੱਛਾ ਜੀ। ਸਾਰੇ ਮੀਡੀਆ ਦੇ ਵਿੱਚ ਉਹ ਗੱਲ ਚਲੀ ਗਈ ਆ। ਇਲੈਕਸ਼ਨ ਤੇ ਜਿਹੜੇ ਲੋਕਾਂ ਦੀ ਮੈਂਬਰਸ਼ਿਪ ਨਹੀਂ ਹੋ ਰਹੀ ਉਹ ਇਸ਼ੂ ਹੋਏਗਾ। ਸੈਕੰਡਲੀ ਅਸੀਂ ਇਹ ਵਚਨਬੱਧ ਹਾਂ, ਮੈਨੂੰ ਇੱਕ ਗੱਲ ਕਹਿ ਲੈਣ ਤੇ ਵਚਨਬੱਧ ਹਾਂ ਕਿ ਜਿਹੜਾ ਵੀ ਖਰਚਾ ਇਸ ਟਾਈਮ ਆਊਗਾ ਉਹ ਇਲੈਕਸ਼ਨ ਕਮੇਟੀ ਦੇ ਜਿਹੜੇ ਮੈਂਬਰ ਰਿਫਿਊਜ਼ ਕਰ ਰਹੇ ਆ, ਕਿਉਂਕਿ 3 ਮੈਂਬਰ ਕਹਿੰਦੇ ਆ ਵੀ ਸਾਰੇ ਮੈਂਬਰਾਂ ਨੂੰ ਵੋਟ ਬਣਨ ਦਾ ਹੱਕ ਹੋਣਾ ਚਾਹੀਦਾ ਜਿਹੜੇ ਇਸ ਬਾਰੋਂ ਦੇ ਵਿੱਚ ਰਹਿੰਦੇ ਆ, ਅਗਰ ਉਹ ਆਪਣਾ ਪ੍ਰੂਫ ਐਡਰੈਸ ਲਿਆ ਕੇ ਦਿਖਾਉਂਦੇ ਆ ਤੇ ਪਾਸਪੋਰਟ ਦਿਖਾਉਂਦੇ ਆ। ਸੋ ਇਹ ਸਾਡੀ ਸਿਚੁਏਸ਼ਨ ਹੈਗੀ ਆ। ਲੇਕਿਨ ਜਿਹੜੇ ਲੋਕ ਰਿਫਿਊਜ਼ ਕਰ ਰਹੇ ਹੈਗੇ ਆ ਉਹ ਟਰਸਟ ਨੇ ਜਿਹੜੀ MSC ਕਮੇਟੀ ਹੈਗੀ ਉਹਨਾਂ ਨੇ ਵਾਪਸ ਕਮੇਟੀ ਤੇ ਪਾਤਾ। ਪ੍ਰੋਬਲਮ ਉਹਨਾਂ ਨੇ ਕ੍ਰੀਏਟ ਕੀਤੀ, ਪਰ ਵਾਪਸ ਹੁਣ ਕਹਿੰਦੇ ਕਮੇਟੀ ਫੈਸਲਾ ਦੇਵੇ। ਸੋ ਹਰ ਜਗ੍ਹਾ ਤੇ ਪੋਲੀਟਿਕਸ ਹੋ ਰਹੀ ਆ। ਆਪਾਂ ਸੁਚੇਤ ਰਹਿਣਾ। ਜਦੋਂ ਗੱਲ ਕਰਚਾ ਸਭ ਕੁਛ ਗੱਲਾਂ ਕਹਿ ਕੇ ਗਏ, ਮੈਂ 1-2 ਮਿੰਟਾਂ 'ਚ ਉਹ ਜਵਾਬ ਦੇ ਦਿੰਦਾ। 2008 ਤੋਂ ਪਹਿਲਾਂ ਜਿੰਨੀਆਂ ਵੀ ਮੈਂਬਰਸ਼ਿਪਾਂ ਹੁੰਦੀਆਂ ਸੀ ਤੇ ਉਹ ਆਪਾਂ ਜਿਹੜੀਆਂ ਇੱਥੋਂ ਦੀਆਂ ਕੰਪਨੀਆਂ ਚੈੱਕ ਕਰਦੀਆਂ ਮੈਂਬਰਸ, 40% ਬੋਗਸ ਐਡਰੈਸ ਹੁੰਦੇ ਸੀ ਉਹਨਾਂ ਦੇ ਵਿੱਚ। 40% ਉਹ ਰਿਕਾਰਡ ਹੈਗਾ ਆਪਣੇ ਕੋਲੇ, ਉਹ ਮੈਂ ਤੁਹਾਨੂੰ ਦਿਖਾ ਸਕਦਾ ਕਿਸੇ ਦਿਨ। ਵੈਸੇ ਤਾਂ ਲਾਣ ਤੇ ਸਾਡੇ ਤੇ ਨਾ, ਠੀਕ ਹੈ ਨਾ। ਤੁਸੀਂ ਗੁਰਦੁਆਰੇ ਦੀਆਂ ਇਲੈਕਸ਼ਨ ਦੇ ਵਿੱਚ ਬੋਗਸ ਵੋਟਾਂ ਬਣਾਉਂਦੇ ਆ। ਜਦੋਂ ਆਪਾਂ ਲੀਗਲ ਰਿਪਰੈਜ਼ੈਂਟੇਟਿਵ ਦੀ ਗੱਲ ਕਰਦੇ ਹਾਂ, 2017 ਦੇ ਵਿੱਚ ਵੀ ਲੀਗਲ ਰਿਪਰੈਜ਼ੈਂਟੇਟਿਵ 3 ਸੀਗੇ ਤੇ ਜੇ ਲੀਗਲ ਰਿਪਰੈਜ਼ੈਂਟੇਟਿਵ ਸੀਗੇ ਤਾਂ ਫਿਰ ਸਾਨੂੰ ਬਾਹਰੋਂ ਓਪੀਨੀਅਨ ਕਿਉਂ ਲੈਣੀ ਪਈ, ਬਾਹਰੋਂ 15,000 ਸਾਨੂੰ ਪਾਉਂਡ ਕਿਉਂ ਖਰਚਣਾ ਪਿਆ। ਤੇ ਇਸੇ ਤਰ੍ਹਾਂ ਹੁਣ ਵੀ ਲੀਗਲ ਰਿਪਰੈਜ਼ੈਂਟੇਟਿਵ ਹੈਗੇ ਆ। ਅਸੀਂ ਇਹ ਪਾਸ ਹੀ ਕਿਉਂ ਕਰਦੇ ਜਦੋਂ ਕਲੀਅਰਲੀ ਮੇਰਾ ਖਿਆਲ ਕਿਸੇ ਵੀ ਅਨਪੜ੍ਹ ਬੰਦੇ ਨੂੰ ਪੁੱਛ ਲਓ ਵੀ ਜਿਹੜੀ ਪੇਜ ਨੰਬਰ 6 ਤੇ ਕੰਸਟੀਟਿਊਸ਼ਨ ਰਿਜ਼ਾਈਡ ਪਰਮਾਨੈਂਟਲੀ ਵਿਦਿਨ ਦੀ ਲੰਡਨ ਬਾਰੋ ਆਫ ਈਲਿੰਗ, ਹੰਸਲੋ, ਹੈਰੋ, ਹਲਿੰਗਡਨ, ਇਹ 4 ਬਾਰੋਂ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਉਹ ਮੈਂਬਰ ਬਣ ਸਕਦੇ, ਪਰ ਆਪਾਂ ਘੁਮਾਈ ਜਾਂਦੇ ਆ। ਉਹ ਲੀਗਲ ਸਟੇਟਸ ਪਤਾ ਨਹੀਂ ਕਿੱਥੋਂ ਵਿੱਚ ਲੈ ਕੇ ਆ ਰਹੇ ਆ। ਗੱਲ ਸੰਗਤ ਦੀ ਆ, ਗੱਲ ਇੱਥੇ। ਹਾਂਜੀ ਮੱਲੀ ਸਾਹਿਬ, ਟਾਈਮ ਹੋ ਗਿਆ। ਮੈਂ ਇਹੀ ਕਹਿਣਾ ਕਿ ਪੰਜਾਬ ਰੇਡੀਓ ਵੱਲੋਂ, ਸਾਰੇ ਸੁਣਨ ਵਾਲਿਆਂ ਵੱਲੋਂ, ਸਾਰਿਆਂ ਸੰਗਤ ਵੱਲੋਂ ਇੱਕੋ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹੈਗਾ ਕਿ ਬੈਠ ਕੇ ਇਹਨੂੰ ਸੁਲਝਾ ਲਓ। ਸਿੰਘ ਸਭਾ ਦਾ ਪੈਸਾ ਬਹੁਤ ਬਰਬਾਦ ਹੋਣਾ, ਕਿਉਂਕਿ ਜਿਹੜੇ ਲੀਗਲ ਕੇਸਿਸ ਆ ਉਹਨਾਂ 'ਤੇ ਬਹੁਤ ਪੈਸਾ ਲੱਗਦਾ ਹੈਗਾ। ਮੈਨੂੰ ਪਤਾ 70-80 ਹਜ਼ਾਰ ਤੁਸੀਂ ਪਹਿਲਾਂ ਕਹਿ ਚੁੱਕੇ ਆ, ਅਤੇ ਉਹਦੇ 'ਚ ਫਾਇਦਾ ਤਾਂ ਕੁਛ ਨਹੀਂ ਹੋਣਾ। ਬਿਲਕੁਲ ਬਿਲਕੁਲ। ਅਸੀਂ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਹਾਂ, 23 ਜੁਲਾਈ ਨੂੰ ਸੈਚਰਡੇ 7:30 ਵਜੇ ਗੁਰੂ ਨਾਨਕ ਰੋਡ ਦੇ ਉੱਪਰ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਇੱਕ ਓਪਨ ਮੀਟਿੰਗ ਬੁਲਾਈ ਗਈ ਹੈ, ਜਿਹਦੇ ਵਿੱਚ ਸਾਰੇ ਗਰੁੱਪਾਂ ਨੂੰ, ਮੈਂਬਰਾਂ ਨੂੰ, ਮੈਨੇਜਮੈਂਟ ਕਮੇਟੀਆਂ ਜਿਨ੍ਹਾਂ ਨੇ ਪਹਿਲਾਂ ਭਾਗ ਲਿਆ ਹੈਗਾ, ਸੇਵਾਦਾਰਾਂ ਨੂੰ, ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਆਪਾਂ ਇਸ ਦੋਨਾਂ ਇਸ਼ੂਆਂ ਦੇ ਉੱਤੇ ਵਿਚਾਰ ਕਰੀਏ। ਤੇ ਜਿਹੜਾ ਖਰਚਾ, ਜਿਹੜੇ ਬੰਦੇ ਖਰਚਾ ਕਰਵਾ ਰਹੇ ਅਗਰ ਸਟਿਲ ਉਹ ਉਸ ਗੱਲ ਤੇ ਅੜੇ ਹੈਗੇ ਆ ਤਾਂ ਉਹ ਖਰਚਾ ਸਿਰਫ ਉਹਨਾਂ ਨੂੰ ਪੈਣਾ ਚਾਹੀਦਾ, ਨਾ ਕਿ ਬਾਕੀ ਮੈਂਬਰਾਂ ਨੂੰ, ਨਾ ਕਿ ਬਾਕੀ ਸੰਗਤ ਦਾ ਪੈਸਾ ਜਿਹੜਾ ਉਹ ਬਰਬਾਦ ਹੋਣਾ ਚਾਹੀਦਾ। ਤੇ ਉਹ ਵੀ ਇੱਥੇ ਪਾਸ ਹੋਣਾ ਚਾਹੀਦਾ, ਕਿਉਂਕਿ ਇਹ AGM ਜਾਂ EGM ਨਹੀਂ ਹੈ, ਲੇਕਿਨ ਓਪਨ ਸੰਗਤ ਮੀਟਿੰਗ ਆ। ਪਰ ਉਹਦੇ ਨਾਲ ਜਿਹੜਾ ਹੈਗਾ ਇੱਕ ਫੈਸਲਾ, ਉੱਥੇ ਸੈਂਕੜਿਆਂ ਦੀ ਗਿਣਤੀ ਸੰਗਤ ਆਏਗੀ ਤਾਂ ਫੈਸਲਾ ਲੈ ਸਕਦੀ ਹੈ। ਠੀਕ ਹੈ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।